ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਰਾਗ ਮਹੱਲਾ ਪਹਿਲਾ। ਧ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਭਾਏ। ਧ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਭਾਏ। ਕਲਰ ਕੇਰੀ ਕੰਦ ਜਿਉ ਅਹਨਿਸ ਕਰ ਢਹਿ ਪਾਏ। ਬਿਨ ਸ਼ਬਦੈ ਸੁਖ ਨਾ ਥੀਐ ਪਿਰ ਬਿਨ ਦੁਖ ਨਾ ਜਾਏ। ਮੁੰਧੇ ਪਿਰ ਬਿਨ ਕਿਆ ਸ਼ਿੰਗਾਰ। ਦਰ ਘਰ ਢੋਈ ਨਾ ਲਹੈ ਦਰਗਹ ਝੂਠ ਖੁਆਰ। ਰਹਾਉ ਆਪ ਸੁਜਾਨ ਨ ਭੁਲਈ ਸੱਚਾ ਵੱਡ ਕਿਰਸਾਨ। ਪਹਿਲਾ ਧਰਤੀ ਸਾਧ ਕੈ ਸਚ ਨਾਮ ਦੇ ਦਾਨ। ਨੌ ਨਿਧ ਉਪਜੈ ਨਾਮ ਏਕ ਕਰਮ ਪਵੈ ਨੀਸ਼ਾਨ। ਗੁਰ ਕੋ ਜਾਣ ਨ ਜਾਣਈ ਕਿਆ ਤਿਸ ਚੱਜ ਆਚਾਰ। ਅੰਧੁਲੈ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ। ਆਵਣ ਜਾਣ ਨ ਚੁਕਈ ਮਰ ਜਨਮੈ ਹੋਏ ਖੁਆਰ। ਚੰਦਨ ਮੂਲ ਅਣਾਇਆ ਕੁੰਗੂ ਮਾਂਗ ਸੰਧੂਰ। ਚੋਆ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ। ਜੇ ਧਨ ਕੰਤ ਨ ਭਾਵਈ ਤਾਂ ਸਭ ਆਡੰਬਰ ਕੂੜ। ਸਭ ਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ। ਜਬ ਲਗ ਸ਼ਬਦ ਨ ਭੇਦੀਐ ਕਿਉ ਸੋ ਹੈ ਗੁਰਦੁਆਰ। ਨਾਨਕ ਧਨ ਸੁਹਾਗਣੀ ਜਿਨ ਸ਼ੈ ਨਾਲ ਪਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਹਾਜ਼ਰਾ ਹਜ਼ੂਰ ਪਾਤਸ਼ਾਹਾਂ ਦੇ ਪਾਤਸ਼ਾਹ ਰਹਿਬਰਾਂ ਦੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਹੈ। ਅਕਾਲ ਪੁਰਖ ਵਾਹਿਗੁਰੂ ਜੀ ਤਰੁੱਠੇ ਨੇ ਜਿਨ੍ਹਾਂ ਨੇ ਸਵਾਸਾਂ ਦੀ ਮਹੌਲਤ ਬਖਸ਼ੀ ਹੈ ਤੇ ਇਹਨਾਂ ਸਵਾਸਾਂ ਨੂੰ ਸਫਲ ਬਣਾਉਂਦਿਆਂ ਹੋਇਆਂ ਰੋਜ਼ਾਨਾ ਦੇ ਵਾਂਗ ਸੁਬਾਹ ਦੇ 8 ਵੱਜ ਚੁੱਕੇ ਹਨ ਤੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਕਥਾ ਪ੍ਰਾਰੰਭ ਕੀਤੀ ਗਈ ਹੈ, ਜਿਹਦੇ ਵਿੱਚ ਸ਼੍ਰੀ ਰਾਗ ਹੁਣ ਚੱਲ ਰਿਹਾ ਹੈ ਤੇ ਸ਼੍ਰੀ ਰਾਗ ਦੇ ਕੱਲ ਤੱਕ 12 ਨੰਬਰ ਸ਼ਬਦ ਤੱਕ ਵਿਚਾਰ ਆਪਾਂ ਕੀਤੀ ਸੀ। ਹੁਣੇ ਜਿਹੜਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਇਹ 13 ਨੰਬਰ ਸ਼ਬਦ ਹੈ ਸ਼੍ਰੀ ਰਾਗ ਦੇ ਵਿੱਚੋਂ। ਤੇ ਜ਼ਾਹਰ ਪੀਰ ਜਗਤ ਗੁਰ ਬਾਬਾ
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਖਾਰ ਬਿੰਦ ਤੋਂ ਰਸਨਾ ਤੋਂ ਉਚਾਰਨ ਹੋਇਆ ਇਹ ਪਾਵਨ ਸ਼ਬਦ ਹੈ। ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਇੱਕ ਜੀਵ ਇਸਤਰੀ ਦੀ ਉਦਾਹਰਨ ਦੇ ਕੇ, ਕਿਉਂਕਿ ਅਸੀਂ ਸਾਰੀਆਂ ਹੀ ਜੀਵ ਇਸਤਰੀਆਂ ਹਾਂ, ਪੁਰਖ ਏਕ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਤਮਾਮ ਵੱਖ-ਵੱਖ ਨੁਕਤਿਆਂ ਤੋਂ ਬਹੁਤ ਬਰੀਕੀ ਦੇ ਨਾਲ ਮਨੁੱਖ ਨੂੰ, ਮਨੁੱਖਾ ਜੀਵਨ ਦੇ ਮਨੋਰਥ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਕਿ ਇਸ ਮਨੁੱਖ ਨੂੰ ਇਹ ਸਮਝ ਆਵੇ ਕਿ ਇਹ ਜਗਤ ਵਿੱਚ ਆਇਆ ਕੀ ਕਰਨ ਹੈ, ਸਮਾਜ ਦੇ ਵਿੱਚ ਇਹਦਾ ਕੀ ਰੋਲ ਹੈ। ਕੇਵਲ ਇਹ ਇਸੇ ਕਰਕੇ ਆਇਆ ਹੈ ਕਿ ਖਾ ਲਿਆ, ਪੀ ਲਿਆ, ਸੌਂ ਲਿਆ, ਹੱਸ ਲਿਆ, ਖੇਡ ਲਿਆ। ਸਤਿਗੁਰੂ ਕਹਿੰਦੇ ਇਹ ਪ੍ਰਯੋਜਨ ਨਹੀਂ ਹੈ, ਪ੍ਰਯੋਜਨ ਕੁਝ ਹੋਰ ਹੈ। ਉਹ ਕੀ ਹੈ? ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਨੁੱਖਾ ਜੀਵਨ ਦਾ ਇਹਦਾ ਪ੍ਰਯੋਜਨ, ਇਹਦਾ ਮਨੋਰਥ ਇਹ ਹੈ, ਇਸ ਆਤਮਾ ਨੂੰ ਪਰਮਾਤਮਾ ਦੇ ਵਿੱਚ ਅਭੇਦ ਕਰਨਾ। ਹੁਣ ਸਤਿਗੁਰ ਕੀ ਪਾਵਨ ਗੁਰਬਾਣੀ ਪਰਮਾਤਮਾ ਦੇ ਸੁਭਾਅ ਨੂੰ ਦੱਸਦੀ ਹੈ ਕਿ ਨਿਰੰਕਾਰ ਸੱਚ ਹੈ, ਉਹਦੇ ਵਿੱਚ ਕੋਈ ਵਲ ਫਰੇਵਾ ਨਹੀਂ ਹੈ, ਉਹਨੂੰ ਠੱਗਿਆ ਨਹੀਂ ਜਾ ਸਕਦਾ, ਉਹਦੇ ਨਾਲ ਠੱਗੀ ਨਹੀਂ ਮਾਰੀ ਜਾ ਸਕਦੀ, ਤੇ ਨਾ ਹੀ ਉਹ ਤੋਂ ਕੁਝ ਲੁਕਾਇਆ ਜਾ ਸਕਦਾ। ਦੂਸਰੀ ਗੱਲ ਕਿ ਪ੍ਰਮਾਤਮਾ ਨੇ ਹਰ ਇੱਕ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ, ਹਰ ਇੱਕ ਨੂੰ ਬਰਾਬਰ ਮਾਣ ਸਨਮਾਨ ਹੈ। ਉਹਦੇ ਘਰ ਦੇ ਵਿੱਚ, ਉਹਦੇ ਰਾਜ ਦੇ ਵਿੱਚ ਕੋਈ ਘਾਟਵਾਦ ਨਹੀਂ ਹੈ। ਹੁਣ ਜ਼ਾਹਰ ਜੀ ਗੱਲ ਹੈ, ਜੇ ਇਸ ਆਤਮਾ ਰੂਪੀ ਜੀਵ ਇਸਤਰੀ ਨੇ ਪਰਿਪੂਰਨ ਪ੍ਰਮਾਤਮਾ ਰੂਪੀ ਪਤੀ ਨਾਲ ਅਭੇਦ ਹੋਣਾ ਹੈ, ਮਿਲਾਪ ਕਰਨਾ ਹੈ, ਫਿਰ ਪਰਿਪੂਰਨ ਪ੍ਰਮਾਤਮਾ ਵਰਗੇ ਗੁਣ ਇਹਨੂੰ ਆਪਣੇ ਜੀਵਨ ਵਿੱਚ ਧਾਰਨ ਕਰਨੇ ਪੈਣਗੇ। ਪਰ ਹਾਲਾਤ ਇਸ ਜੀਵ ਇਸਤਰੀ ਦੀ ਇਹ ਹੈ, ਇਹ ਤੇ ਇਹਨੂੰ ਪਤਾ ਲੱਗ ਗਿਆ ਕਿ ਖਸਮ ਮੇਰਾ ਪਤੀ ਹੈ, ਜਿਹੜਾ ਮੇਰਾ ਪਤੀ ਹੈ, ਜਿਹੜਾ ਮੇਰਾ ਕਸਮ ਹੈ, ਉਹ ਪ੍ਰਮਾਤਮਾ ਹੈ, ਤੇ ਪਤਾ ਹੈ। ਪਰ ਇਹਨੇ ਇਸ ਤਰੀਕੇ ਤੱਕ ਪਤੀ ਰੱਖਿਆ ਹੈ ਕਿ ਉਹ ਸਿਰਫ ਇੱਕ ਬੈਂਕ ਬਣ ਕੇ ਰਵੇ, ਉਹ ਮੇਰੇ ਖਰਚੇ ਪੂਰੇ ਕਰੇ, ਮੇਰੀਆਂ ਲੋੜਾਂ ਪੂਰੀਆਂ ਕਰੇ, ਉਹ ਮੇਰੀਆਂ ਇੱਛਾਵਾਂ ਸਾਰੀਆਂ ਮੁਕੰਮਲ ਕਰੇ, ਪਰ ਮੈਨੂੰ ਪੁੱਛੇ ਕੁਝ ਨਾ। ਜਿਵੇਂ ਇੱਕ ਔਰਤ ਘਰ ਵਿੱਚ ਹੋਵੇ ਨਾ, ਮਾਫ਼ ਕਰਨਾ, ਉਹ ਵਿਆਹ ਕੇ ਘਰ ਆਵੇ ਤੇ ਆਖੇ ਵੀ ਪਤੀ ਦਾ ਬੈਂਕ ਬੈਲੈਂਸ ਵੀ ਮੇਰਾ ਹੋਵੇ, ਪਤੀ ਦੀ ਜਿੰਨੀ ਕਮਾਈ ਹੈ ਮੇਰੀ ਹੋਵੇ, ਪਤੀ ਦਾ ਹਰ ਇੱਕ ਜੋ ਘਰ ਆ ਉਹ ਵੀ ਮੇਰਾ ਹੋਵੇ, ਪਤੀ ਮੇਰੀ ਹਰ ਇੱਕ ਰੀਝ ਪੂਰੀ ਕਰੇ, ਪਰ ਮੈਂ ਪਤੀ ਨੂੰ ਦੱਸਾਂ ਕੁਝ ਨਾ, ਪਤੀ ਦੇ ਕਹਿਣੇ ਵਿੱਚ ਨਾ ਰਵਾਂ, ਪਤੀ ਦਾ ਹੁਕਮ ਨਾ ਮੰਨਾਂ, ਪਤੀ ਦੇ ਨਾਲ ਕੋਈ ਮੇਰਾ ਪ੍ਰੇਮ ਨਾ ਹੋਵੇ, ਤੇ ਮੈਂ ਬੇਵਫਾਈਆਂ ਕਰਦੀ ਫਿਰਾਂ, ਹੋਰ ਖਸਮ ਕਰਕੇ ਬਹਿ ਜਾਵਾਂ, ਹੋਰ ਇੱਧਰ ਉੱਧਰ ਝਾਕ ਦੇ ਵਿੱਚ ਰਵਾਂ, ਕਿ ਐਸੀ ਪਤਨੀ ਘਰ ਦੇ ਵਿੱਚ ਸ਼ਾਂਤੀ ਜਾਂ ਸੁਖਾਨ ਦੀ ਰੂਪ ਨਹੀਂ ਬਣ ਸਕਦੀ। ਸਾਡੀ ਵੀ ਹਾਲਾਤ ਕੁਝ ਇਸ ਤਰ੍ਹਾਂ ਦੀ ਹੈ। ਪਰਿਪੂਰਨ ਪਰਮਾਤਮਾ ਰੂਪੀ ਪਤੀ ਹੈ, ਇਹ ਤੇ ਗੱਲ ਇਸ ਆਤਮਾ ਨੂੰ ਹੁਣ ਸਮਝ ਆ ਗਈ ਹੈ। ਪਰ ਇਹ ਚਾਹੁੰਦੀ ਆਤਮਾ ਕਿ ਹੇ ਪਤੀ ਪਰਮਾਤਮਾ ਰੱਬ ਜੀ, ਬਸ ਮੇਰਾ ਤੇ ਤੁਹਾਡਾ ਰਿਸ਼ਤਾ ਮੈਂ ਚਾਹੁੰਦੀ ਇੱਥੋਂ ਤੱਕ ਰਵੇ ਵੀ ਤੁਸੀਂ ਮੇਰੀ ਨਿੱਜ ਦੀ ਜ਼ਿੰਦਗੀ 'ਚ ਨਹੀਂ ਕੁਝ ਬੋਲਣਾ, ਜੋ ਮੈਨੂੰ ਦਿੱਤਾ ਹੈ ਉਹ ਮੇਰੇ ਕੋਲ ਵਾਪਸ ਖੋਣਾ ਵੀ ਨਹੀਂਗਾ, ਭਾਵੇਂ ਉਹ ਪੁੱਤਰਾਂ ਦੇ ਰੂਪ 'ਚ ਦਿੱਤਾ ਹੈ, ਭਾਵੇਂ ਉਹ ਪਦਾਰਥਾਂ ਦੇ ਰੂਪ 'ਚ ਦਿੱਤਾ ਹੈ, ਇਹ ਮੈਂ ਵਾਪਸ ਨਹੀਂ, ਨਾ ਆਪਣੀ ਜਾਨ ਤੱਕ ਨਹੀਂ ਮੈਂ ਤੁਹਾਨੂੰ ਦੇਣੀ। ਹੁਣ ਤੁਸੀਂ ਮੈਨੂੰ ਜਨਮ ਦੇ ਕੇ ਧਰਤੀ ਤੇ ਭੇਜ ਦਿੱਤਾ, ਮੈਂ ਮਰਨਾ ਵੀ ਨਹੀਂ ਚਾਹੁੰਦੀ। ਹੁਣ ਉਹ ਪਤੀ ਪਰਮਾਤਮਾ ਵਾਹਿਗੁਰੂ ਨੂੰ ਮੈਂ ਨਿੱਤ ਧੋਖਾ ਵੀ ਦੇ ਰਹੀ ਹਾਂ, ਫਰੇਬ ਵੀ ਕਰ ਰਹੀ ਹਾਂ, ਪਰ ਜਦੋਂ ਮੇਰਾ ਪਤੀ ਆਉਂਦਾ ਹੈ ਮੈਂ ਉਦੋਂ ਸ਼ਿੰਗਾਰ ਕਰਕੇ ਦੱਸਣ ਦਾ ਇਹ ਯਤਨ ਕਰਦੀ ਹਾਂ ਵੀ ਮੈਂ ਤੇਰੀ ਬੜੀ ਵਫਾਦਾਰ ਹਾਂ। ਬਾਹਰ ਦੇ ਧਾਰਮਿਕ ਕਰਮਕਾਂਡ ਪਖੰਡ ਕਰਕੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਵੀ ਮੈਂ ਬੜੀ ਧਰਮੀ ਹਾਂ, ਵੇਖੋ ਜੀ ਮੈਂ ਬੜੀ ਪਤੀ ਵਰਤਾ ਵਾਂ, ਮੈਂ ਬੜੀਆਂ ਅਰਦਾਸਾਂ ਕਰਦੀ ਹਾਂ। ਪਰ ਪਰਮਾਤਮਾ ਰੂਪੀ ਪਤੀ ਕਹਿੰਦਾ ਹੈ ਮੈਨੂੰ ਪਤਾ ਹੈ ਵੀ ਤੇਰੇ ਅੰਦਰ ਕੀ ਚੱਲ ਰਿਹਾ ਹੈ, ਤੇ ਮੇਰੇ ਕੋਲ ਥੋੜ੍ਹੀ ਕੁਝ ਲੁਕਿਆ, ਕਿਉਂਕਿ ਜੀਵ ਇਸਤਰੀ ਦਾ ਸਾਡਾ ਹਾਲਾਤ ਇਹੀ ਹੈ। ਅਸੀਂ ਸੰਸਾਰ ਦੇ ਵਿੱਚ ਆਏ ਜ਼ਰੂਰ ਹਾਂ, ਪਰ ਸਾਡੀ ਦੌੜ ਸਿਰਫ ਇੱਕ ਸਵਾਰਥ ਤੱਕ ਖਲੋਤੀ ਹੈ, ਮਾਇਕ ਪਦਾਰਥਾਂ ਤੱਕ ਖਲੋਤੀ ਹੈ। ਅਸੀਂ ਸਿਰਫ ਤੇ ਸਿਰਫ ਉਹਦੇ ਨਾਲ ਮਿੱਤਰਤਾ ਪਾਉਣੀ ਚਾਹੁੰਦੇ ਹਾਂ
ਜੇ ਤੇ ਤੋਂ ਸਾਡਾ ਸਵਾਰਥ ਪੂਰਾ ਹੁੰਦਾ। ਜੇ ਤੋਂ ਸਵਾਰਥ ਪੂਰਾ ਨਹੀਂ ਹੁੰਦਾ, ਭਾਵੇਂ ਦੂਸਰਾ ਮਨੁੱਖ ਤੜਫਦਾ ਹੋਵੇ, ਬਿਲਕਦਾ ਹੋਵੇ, ਅਸੀਂ ਕਦੀ ਉਹਦੀ ਜਾ ਕੇ ਮਦਦ ਨਹੀਂ ਕਰਾਂਗੇ, ਕਦੀ ਉਹਨੂੰ ਨਹੀਂ ਬਚਾਵਾਂਗੇ, ਕਿਉਂਕਿ ਸਾਡਾ ਸੁਭਾਅ 'ਚ ਵਿੱਚ ਹੀ ਨਹੀਂ ਇਹ ਚੀਜ਼ਾਂ ਹੈਗੀਆਂ। ਪਦਾਰਥਵਾਦੀ ਦੁਨੀਆ ਵਿੱਚ ਪਦਾਰਥਵਾਦੀ ਬਣਦੇ ਜਾ ਰਹੇ ਆ। ਹੁਣ ਸਤਿਗੁਰੂ ਜੀ ਕਹਿੰਦੇ ਤੇਰਾ ਪ੍ਰਯੋਜਨ ਹੈ ਇੱਥੇ ਆਉਣ ਦਾ, ਮਾਨਵਤਾ ਨਾਲ ਪਿਆਰ ਕਰਨਾ ਹੈ। ਤੇ ਇੱਕ ਬੇਨਤੀ ਮੈਂ ਹੋਰ ਕਰ ਦੇਵਾਂ, ਜਿਹੜਾ ਗੁਰੂ ਨਾਨਕ ਦਾ ਸਿੱਖ ਆ ਨਾ, ਇਹਨੂੰ ਕੋਈ ਗੁਲਾਮ ਨਹੀਂ ਕਰ ਸਕਦਾ। ਆਜ਼ਾਦੀ ਦੀ ਗੱਲ ਅੱਜ ਬੜੇ ਲੰਬੇ ਤੌਰ ਦੇ ਉੱਤੇ ਕੀਤੀ ਜਾ ਰਹੀ ਹੈ, ਦੇਸ਼ ਦੇ ਵਿੱਚ ਬੜੇ ਜਸ਼ਨ ਮਨਾਉਣ ਦੀਆਂ ਬਾਤਾਂ ਕੀਤੀਆਂ ਜਾ ਰਹੀਆਂ, ਪਰ ਮੈਂ ਹੈਰਾਨ ਹਾਂ ਕਿਵੇਂ ਕਿਸ ਮੂੰਹ ਨਾਲ ਜਸ਼ਨ ਮਨਾ ਸਕਦੇ ਨੇ ਦੂਸਰੇ ਦੀ। ਤੇ ਅਸੀਂ ਤੇ ਚਲੋ ਗੁਲਾਮ ਹੈ ਹੀ ਹਾਂ, ਸਾਨੂੰ ਇਹਨਾਂ ਨੇ ਗੁਲਾਮ ਕਰਕੇ ਰੱਖ ਦਿੱਤਾ ਹੈ। ਹਰ ਸਾਲ ਜਦੋਂ ਸਿੱਖ, ਅਸੀਂ ਆਪ ਹੈਰਾਨ ਹਾਂ ਕਿ ਅਸੀਂ ਹਰ ਸਾਲ ਆਜ਼ਾਦੀ ਦੀ ਗੱਲ ਕਰਦੇ ਹਾਂ। ਕਾਹਦੀ ਆਜ਼ਾਦੀ? ਗੁਲਾਮੀ ਆ ਸਾਡੀ। ਆਜ਼ਾਦੀ ਸਾਡੀ ਸਪੀਚ ਆਫ ਫਰੀडम ਨਹੀਂ ਹੈ। ਅਸੀਂ ਆਪਣੀ ਮਰਜ਼ੀ ਨਾਲ ਜੀ ਨਹੀਂ ਸਕਦੇ, ਆਪਣੀ ਮਰਜ਼ੀ ਨਾਲ ਬੋਲ ਨਹੀਂ ਸਕਦੇ। ਹਰ ਇੱਕ ਚੀਜ਼ ਸਾਡੇ ਉੱਤੇ ਥੋਪੀ ਜਾ ਰਹੀ ਹੈ। ਅੱਜ ਪੂਰਨ ਤਰੀਕੇ ਨਾਲ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਸਾਡੇ ਸਿੱਖ ਭਰਾ ਵੀ ਸਤਿਗੁਰੂ ਦੀਆਂ ਮਹਾਨ ਕੁਰਬਾਨੀਆਂ ਨੂੰ ਰਾਸ਼ਟਰਵਾਦ ਨਾਲ ਜੋੜ ਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇੱਕ ਰਾਸ਼ਟਰਵਾਦ ਵਾਸਤੇ ਸੀ, ਨਹੀਂ। ਸਤਿਗੁਰ ਦੀ ਸ਼ਹਾਦਤ ਮਾਨਵਤਾ ਦੇ ਵਾਸਤੇ ਸੀ, ਯੂਨੀਵਰਸਲ ਲੈਵਲ ਦੇ ਉੱਤੇ ਸੀ, UNO ਵਾਸਤੇ ਸੀ ਕਿ ਇੱਕ ਮਨੁੱਖ ਦੇ ਸਿਧਾਂਤ, ਮਨੁੱਖ ਦੇ ਅਧਿਕਾਰ, ਇੱਕ ਮਨੁੱਖ ਦੇ ਪੂਰੇ ਰਾਈਟਸ ਜਿਹੜੇ ਨੇ ਉਹਨੂੰ ਮੰਨਣੇ ਦਾ ਅਧਿਕਾਰ ਚਾਹੀਦਾ ਹੈ। ਜੋ ਉਸ ਸਮੇਂ ਮੁਸਲਮਾਨ ਮਜ਼ਲੂਮ ਹੁੰਦਾ, ਕਮਜ਼ੋਰ ਹੁੰਦਾ, ਹਿੰਦੂ ਅਤਿਆਚਾਰੀ ਹੁੰਦਾ, ਸਤਿਗੁਰ ਨੇ ਉਹਨਾਂ ਦੀ ਵੀ ਮਦਦ ਕਰਨੀ ਸੀ। ਪਰ ਅੱਜ ਬੜੇ ਤਰੀਕੇ ਦੇ ਨਾਲ, ਬੜੇ ਫਿਕਰਿਆਂ ਦੇ ਨਾਲ, ਪਰ ਮੈਂ ਕਹਿੰਦਾ ਕਿਸ ਤਰੀਕੇ ਨਾਲ ਜਸ਼ਨ ਮਨਾ ਸਕਦੇ ਜਿਸ ਦੇਸ਼ ਦੇ ਵਿੱਚ 63 ਬੱਚਿਆਂ ਦੀਆਂ ਜਾਨਾਂ ਲੈ ਲਈਆਂ ਜਾਣ, 63 ਬੱਚੇ ਜਿਸ ਦੇਸ਼ ਦੇ ਵਿੱਚ ਮਾਰ ਦਿੱਤੇ ਜਾਣ, ਤੇ ਉਸ 63 ਬੱਚਿਆਂ ਦੀਆਂ ਜਿਹੜੀ ਮੌਤ ਆ ਉਹਨੂੰ ਬਿਲਕੁਲ ਹੀ ਅਣਗੌਲਿਆਂ ਕਰ ਦਿੱਤਾ ਜਾਵੇ, ਤੇ ਸਮਝ ਲੈਣਾ ਕਿ ਕੀ ਹਾਲਾਤ ਬਣੇਗੀ ਉੱਥੇ ਦੇ। ਖੈਰ, ਮੇਰਾ ਵਿਸ਼ਾ ਅੱਜ ਦਾ ਇੱਧਰ ਦਾ ਨਹੀਂ ਹੈ, ਮੇਰਾ ਵਿਸ਼ਾ ਗੁਰੂ ਸ਼ਬਦ ਤੇ ਰਹਿਣ ਦਾ ਹੈ। ਪਰ ਮਨ ਵਿੱਚ ਕਈ ਵਾਰੀ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ ਕਿ ਜੀ ਕਰਦਾ ਹੈ ਕੁਝ ਬੋਲਣ ਨੂੰ, ਪਰ ਮੈਂ ਚਾਹੁੰਦਾ ਹੈਗਾ ਕਿ ਜਿਹੜਾ ਆਪਾਂ ਇਹ ਸਮਾਂ ਸਵੇਰ ਦਾ ਲਾਉਂਦੇ ਆ, ਇਹ ਸਿਰਫ ਗੁਰੂ ਸ਼ਬਦ ਦੀ ਵਿਚਾਰ ਤੇ ਰਹਿਣਾ ਚਾਹੁੰਦਾ। ਫਿਰ ਕਿਤੇ ਮੌਕਾ ਮਿਲਿਆ ਇੱਧਰਲੇ ਬੰਨੇ ਦੇ ਵਿਖਿਆਨ ਤੇ ਵੀ ਚਾਲੂ ਕਰਾਂਗੇ ਵਿਸ਼ੇ, ਇਤਿਹਾਸ ਦੇ ਪੰਨਿਆਂ ਤੇ ਵੀ। ਫਿਲਹਾਲ ਆਪਾਂ ਗੁਰਬਾਣੀ ਨੂੰ ਸਮਝੀਏ, ਗੁਰਬਾਣੀ ਨੂੰ ਵਿਚਾਰੀਏ ਕਿ ਸਤਿਗੁਰੂ ਗੁਰਦੇਵ ਜੀ ਗੁਰਮਤਿ ਦੇ ਅੱਜ ਦੇ ਪੈਂਡੇ ਦੇ ਵਿੱਚ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ, ਸਾਡੀ ਬਾਂਹ ਫੜ ਕੇ ਸਾਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਨੇ। ਅੱਜ ਦਾ ਪਾਵਨ ਸ਼ਬਦ ਹੈ, ਮੈਂ ਜਿਵੇਂ ਬੇਨਤੀ ਕੀਤੀ ਹੈ, ਅੱਜ ਦਾ ਸ਼ਬਦ ਜਿਹੜਾ ਹੈ ਸਤਿਗੁਰੂ ਜੀ ਨੇ ਜੀਵ ਇਸਤਰੀ ਨੂੰ ਸੰਬੋਧਨ ਕਰਦਿਆਂ ਹੋਇਆਂ, ਜਿਤਨੀ ਇਹਦੇ ਵਿੱਚ ਤੁਸੀਂ ਸ਼ਬਦਾਂ ਦੀ ਰੂਪ ਵੇਖੋਗੇ, ਇਹ ਫੈਮੀਨਾਈਨ ਦੇ ਵਿੱਚ ਨੇ, ਇਸਤਰੀ ਲਿੰਗ ਦੇ ਵਿੱਚ ਸਾਰੇ ਸੰਬੋਧਨ ਕੀਤੇ ਨੇ, ਪੁਰਸ਼ ਲਿੰਗ ਕੇਵਲ ਪਰਮਾਤਮਾ ਹੈ। ਇਹ ਜਿੰਨੀ ਬਾਤ ਕਹੀ ਗਈ ਹੈ ਇਸ ਜੀਵ ਇਸਤਰੀ ਰੂਪੀ ਆਤਮਾ ਨੂੰ ਸੰਬੋਧਨ ਕਰਦਿਆਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼ਬਦ ਦਾ ਸਮੁੱਚਾ ਜਿਹੜਾ ਭਾਵ ਹੈ ਉਹ ਰਹਾਉ ਦੇ ਬੰਦ ਵਿੱਚ ਹੈ। ਔਰ ਰਹਾਉ ਦੇ ਬੰਦ ਤੋਂ ਹੀ ਵਿਚਾਰ ਪ੍ਰਾਰੰਭ ਕਰਦੇ ਹਾਂ। ਮੁੰਦੇ ਪਿਰਬਿਨ ਕਿਆ ਸ਼ਿੰਗਾਰ। ਮੁੰਦੇ ਦਾ ਅਰਥ ਹੈ ਹੇ ਮੂਰਖ, ਹੇ ਮੂਰਖ ਜੀਵ ਇਸਤਰੀ, ਹੇ ਮੂਰਖ ਇਨਸਾਨ। ਪਤੀ ਤੋਂ ਬਿਨਾ, ਪਤੀ ਨੂੰ ਤੇ ਤੂੰ ਮਿਲਣਾ ਨਹੀਂ ਚਾਹੁੰਦੀ, ਨਿਰੰਕਾਰ ਦੇ ਨਾਲ ਤੇ ਸਾਂਝ ਨਹੀਂ ਪਾਉਣਾ ਚਾਹੁੰਦੀ, ਫਿਰ ਆ ਸ਼ਿੰਗਾਰ ਕਿਹਦੇ ਵਾਸਤੇ ਕਰ ਰਹੀ ਆ? ਆ ਕਿਹਨੂੰ ਉੱਚੀ ਉੱਚੀ ਕੂਕ ਕੇ ਬਾਣੀ ਪਾਠ ਪੜ੍ਹ ਕੇ ਸੁਣਾ ਰਹੀ ਆ? ਇਹ ਕਿਹਨੂੰ ਤੀਰਥਾਂ ਦੇ ਉੱਤੇ ਭ੍ਰਮਣ ਕਰ ਕਰਕੇ ਦੱਸ ਰਹੀਆਂ? ਇਹ ਕਿਹੜੇ ਧਾਰਮਿਕ ਕਰਮਕਾਂਡ ਤੇ ਪਖੰਡ ਕਰ ਕਰਕੇ ਕਿਸ ਪਤੀ ਨੂੰ ਰੁਝਾਉਣ ਦੀ ਕੋਸ਼ਿਸ਼ ਕਰ ਰਹੀਆਂ? ਇਹ ਪਾਠ ਪੂਜਾਵਾਂ ਕਿਹਦੇ ਵਾਸਤੇ ਕਰ ਰਹੀਆਂ? ਮੈਨੂੰ ਤੇ ਸਮਝ ਹੀ ਨਹੀਂ ਆ ਰਿਹਾ। ਕਿਉਂਕਿ ਜਿਸ ਪ੍ਰਮਾਤਮਾ ਪਤੀ ਵਾਸਤੇ ਤੂੰ ਜੀਵਨ ਬਣਾਉਣਾ ਹੈ ਉਹਦੇ ਵਾਸਤੇ ਤੇਰਾ ਧਿਆਨ ਹੀ ਨਹੀਂ ਹੈ। ਇਹ ਸਾਰੇ ਪਾਠ ਪੂਜਾਵਾਂ, ਇਹ ਧਾਰਮਿਕ ਕਰਮਕਾਂਡ, ਇਹ ਪਖੰਡ ਇਹ ਇਸੇ ਕਰਕੇ ਕੀਤੇ ਜਾ ਰਹੇ ਨੇ ਕਿ ਸ਼ਾਇਦ ਇਹਨਾਂ ਤੋਂ ਖੁਸ਼ ਹੋ ਕੇ ਪਤੀ ਪ੍ਰਮਾਤਮਾ ਰੀਝ ਜਾਵੇ। ਸਤਿਗੁਰੂ ਕਹਿੰਦੇ ਨਹੀਂ, ਉਹ ਐਵੇਂ ਨਹੀਂ ਰੀਝਦਾ। ਪਾਖੰਡ ਭਗਤ ਨਾ ਹੋਵਈ, ਪਾਰ ਬ੍ਰਹਮ ਨਾ ਪਾਇਆ ਜਾਏ, ਮਨ ਹਟ ਕਰਮ ਕਮਾਵਣੇ ਥਾਉ ਨਾ ਕੋਈ ਪਾਏ। ਸਾਹਿਬਾਂ ਨੇ ਸਾਫ਼ ਜਵਾਬ ਦੇ ਦਿੱਤਾ, ਕਿਤੇ ਪਖੰਡਾਂ ਦੇ ਨਾਲ ਪਤੀ ਪ੍ਰਮਾਤਮਾ ਨਹੀਂ ਹੋ ਰੀਝਦਾ। ਹੇ ਮੂਰਖ ਜੀਵ ਇਸਤਰੀਏ, ਆ ਜਿਹੜੀ ਤੂੰ ਪਤੀ ਪ੍ਰਮਾਤਮਾ ਦੇ ਰਜ਼ਾ ਦੇ ਵਿੱਚ ਤੇ ਤੂੰ ਤੁਰਨਾ ਨਹੀਂ ਚਾਹੁੰਦੀ, ਪਤੀ ਪ੍ਰਮਾਤਮਾ ਦੇ ਹੁਕਮ ਨੂੰ ਤੇ ਤੂੰ ਮੰਨਣਾ ਨਹੀਂ ਚਾਹੁੰਦੀ, ਤੇ ਕਰ ਰਹੀ ਹੈ ਆਪਣੀਆਂ ਮਨਮਰਜ਼ੀਆਂ, ਆਪਣੀਆਂ ਸਿਆਣਪਾਂ ਚਤੁਰਾਈਆਂ ਵਿਖਾ ਰਹੀ ਹੈ। ਮੁੰਦੇ ਪਿਰਬਿਨ ਕਿਆ ਸ਼ਿੰਗਾਰ। ਪਤੀ ਪ੍ਰਮਾਤਮਾ ਤੋਂ ਬਿਨਾਂ ਤੇਰੇ ਇਸ ਸ਼ਿੰਗਾਰਾਂ ਦਾ ਕੋਈ ਲਾਭ ਨਹੀਂ ਹੋ। ਤੇ ਸਭ ਕਹਿੰਦੇ ਦਰ ਕਰ ਢੋਈ ਨਾ ਲਹੈ, ਦਰਗਾ ਝੂਠ ਖੁਆਰ ਰਹਾਓ।
ਕਹਿੰਦੇ ਜਿਹੜੀ ਜੀਵ ਇਸਤਰੀ ਪ੍ਰੇਮ ਤੋਂ ਸਖਣੀ ਰਹਿ ਕੇ, ਹਿਰਦੇ ਵਿੱਚ ਪ੍ਰੇਮ ਨਹੀਂ ਹੈ ਪ੍ਰਮਾਤਮਾ ਦਾ, ਪ੍ਰੇਮ ਤੋਂ ਸਖਣੀ ਹੈ ਤੇ ਧਾਰਮਿਕ ਉਦਮ ਕਰਮ ਕਰ ਰਹੀ ਹੈ। ਅੰਮ੍ਰਿਤ ਵੇਲੇ ਵੀ ਉੱਠਦੇ ਆਪਾਂ, ਨਿਤਨੇਮ ਵੀ ਕਰਦੇ ਹੋਵਾਂਗੇ। ਬੜੀ ਵਧੀਆ ਗੱਲ ਹੈ ਵੀ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ, ਕੋਸ਼ਿਸ਼ ਕਰਦਾ ਹੈ ਵੀ ਨਿਤਨੇਮ ਵੀ ਕਰ ਰਿਹਾ, ਬਾਣੀ ਪੜ੍ਹ ਰਿਹਾ, ਵਿਚਾਰ ਰਿਹਾ, ਸਭ ਕੁਝ ਕਰ ਰਿਹਾ ਹੈ, ਪਰ ਮਨ ਕਿਉਂ ਨਹੀਂ ਰਿਹਾ? ਹੁਣ ਧਾਰਮਿਕ ਕਰਮ ਤੇ ਕੀਤਾ ਜਾ ਰਿਹਾ ਹੈ, ਉਦਮ ਕੀਤਾ ਜਾ ਰਿਹਾ ਹੈ, ਪਰ ਸਤਿਗੁਰੂ ਕਹਿੰਦੇ ਕਾਹਦੇ ਵਾਸਤੇ ਹੈ? ਪਰ ਉਹਦੇ ਅੰਦਰ ਕੀ ਹੈ? ਉਹ ਧਾਰਮਿਕ ਕਰਮ ਦੇ ਅੰਦਰ ਕੀ ਹੈ? ਸੁਖਮਨੀ ਸਾਹਿਬ ਦੇ 40 ਪਾਠ ਕਰਨੇ ਆ ਜੀ, ਬੜੀ ਵਧੀਆ ਗੱਲ ਹੈ। ਸਤਿਗੁਰੂ ਮੁਬਾਰਕ ਨੇ ਵੀ ਜੇ ਤੇਰਾ ਧਿਆਨ 40 ਗਿਣਤੀਆਂ ਮਿਣਤੀਆਂ ਦੇ ਵੱਲ ਵੀ ਆ ਗਿਆ, ਪਰ ਉਹ 'ਚੋਂ ਲਾਭ ਕੀ ਖਟਿਆ? 40 ਪਾਠ ਕਰਕੇ ਜਦੋਂ ਮੰਗ ਮੰਗੀ ਹੈ, ਸਤਿਗੁਰੂ ਜੀ ਮੈਨੂੰ ਪਦਾਰਥ ਦੇ ਦਿਓ, ਸਤਿਗੁਰੂ ਜੀ ਇਵੇਂ ਕਰੋ, ਮੈਨੂੰ ਸੋਹਣਾ ਕਰ ਦੇ ਦਿਓ। ਸਤਿਗੁਰੂ ਕਹਿੰਦੇ ਮੈਂ ਤੇ ਤੈਨੂੰ ਨਵਾਬ ਬਣਾਉਣਾ ਚਾਹੁੰਦਾ, ਤੂੰ ਫਿਰ ਉੱਥੇ ਹੀ ਖੜ ਗਏ। ਗੱਲ ਕੀ? ਮੇਰੇ ਧਾਰਮਿਕ ਕਰਮ, ਮੇਰੇ ਧਾਰਮਿਕ ਕੀਤੇ ਹੋਏ ਉਦਮ, ਇਹ ਰੀਝ ਪ੍ਰਮਾਤਮਾ ਨੂੰ ਰਿਝਾਉਣ ਦੇ ਨਹੀਂ ਹਨ, ਜੀਵਨ ਨੂੰ ਸਦਾਚਾਰ ਬਣਾਉਣ ਦੇ ਨਹੀਂ ਹਨ ਕਿ ਮੈਂ ਬਾਣੀ ਦੀ ਇੱਕ ਇੱਕ ਪੰਕਤੀ ਨੂੰ ਭੋਜਨ ਵਾਂਗੂ ਆਪਣੇ ਜੀਵਨ ਦੇ ਵਿੱਚ ਵਸਾਵਾਂ ਤੇ ਉਸ ਪੰਕਤੀ ਦਾ ਆਹਾਰ ਕਰਾਂ ਤਾਂ ਕਿ ਮੇਰੇ ਜੀਵਨ ਵਿੱਚੋਂ ਈਰਖਾ, ਨਫ਼ਰਤ, ਵਿਕਾਰ ਆਦਿ ਖਤਮ ਹੋ ਜਾਣ। ਪਰ ਸਾਹਿਬ ਕਹਿੰਦੇ ਦਰ ਘਰ ਢੋਈ ਨਾ ਲਹੈ, ਦਰ ਗਏ ਝੂਠ ਖੁਆਰ। ਜਿਹੜੀ ਜੀਵ ਇਸਤਰੀ ਪ੍ਰੇਮ ਤੋਂ ਸਖਣੀ ਰਹਿ ਕੇ ਧਾਰਮਿਕ ਉਦਮ ਤੇ ਆਦਿ ਕਰਮ ਕਾਂਡ ਤੇ ਕਰ ਰਹੀ ਹੈ, ਪਰ ਉਹਦੇ ਅੰਦਰ ਮਾਇਆ ਦਾ ਮੋਹ ਪ੍ਰਬਲ ਹੈ, ਮਾਇਆ ਦਾ ਹੰਕਾਰ ਹੈ। ਸਭ ਕਹਿੰਦੇ ਉਹ ਪ੍ਰਭੂ ਦੇ ਦਰ ਤੇ, ਪ੍ਰਭੂ ਦੇ ਘਰ ਦੇ ਵਿੱਚ ਆਸਰਾ ਨਹੀਂ ਲੈ ਸਕਦੀ, ਉਹਨੂੰ ਥਾਂ ਨਹੀਂ ਮਿਲਦਾ, ਉਹਨੂੰ ਕੋਈ ਟਿਕਾਣਾ ਨਹੀਂ ਮਿਲਦਾ ਨਿਰੰਕਾਰ ਦੇ ਘਰ ਦੇ ਵਿੱਚ। ਕਿਉਂਕਿ ਝੂਠ ਦਰ ਘਰ ਢੋਈ ਨਾ ਲਹੈ, ਦਰਗਹ ਝੂਠ ਖੁਆਰ। ਕਿਉਂ? ਕਿਉਂਕਿ ਉਹਦੇ ਜੀਵਨ ਦੇ ਵਿੱਚ ਝੂਠ ਤੇ ਫਰੇਬ ਹੈ। ਅਸੀਂ ਆਪਣੇ ਜੀਵਨ ਵਿੱਚ ਝਾਤੀ ਮਾਰਨੀ ਹੈ ਕਿ ਅਸੀਂ ਵੀ ਧਾਰਮੀ ਬਣਨ ਦਾ ਪਖੰਡ ਤੇ ਨਹੀਂ ਕਰ ਰਹੇ, ਕਿਤੇ ਧਰਮੀ ਬਣਨ ਦਾ ਅਸੀਂ ਇਹ ਤਾਂ ਨਹੀਂ ਕਰ ਰਹੇ ਕਿ ਭੇਖ ਧਰਮ ਦਾ ਬਣਾਇਆ ਤੇ ਅੰਦਰ ਸਾਡੇ ਕੂੜ ਕਪਟ ਭਰੇ ਹੈ। ਪਰ ਸਾਹਿਬ ਕਹਿੰਦੇ ਚੇਤਾ ਰੱਖਿਓ, ਉਤੋਂ ਨਹੀਂ ਕੁਝ ਲੁਕਿਆ, ਉਹਦੇ ਘਰ 'ਚ ਨਹੀਂ ਪ੍ਰਵਾਨਗੀ ਮਿਲਣੀ, ਕਿਉਂਕਿ ਖੁਆਰੀ ਮਿਲਣੀ ਹੈ। ਮਾਇਆ ਦੇ ਮੋਹ ਦੇ ਵਿੱਚ ਪੈ ਕੇ ਜਿਹੜਾ ਜੀਵਨ ਬਰਬਾਦ ਹੋ ਰਿਹਾ ਹੈ, ਇਹ ਪ੍ਰਭੂ ਦੀ ਹਾਜ਼ਰੀ ਨਹੀਂ ਮਿਲਣੀ, ਪ੍ਰਮਾਤਮਾ ਦੇ ਚਰਨਾਂ 'ਚ ਥਾਂ ਨਹੀਂ ਮਿਲਣਾ, ਉਹਦਾ ਪਿਆਰ ਨਹੀਂ ਮਿਲਣਾ, ਕਿਉਂਕਿ ਇਸ ਮਾਇਆ ਨੇ ਸਿਰਫ ਸਵਾਰਥੀ ਬਣਾਉਣਾ ਹੈ। ਪ੍ਰਮਾਤਮਾ ਦੀ ਇਮਾਨਦਾਰੀ ਨਾਲ ਕੀਤੀ ਹੋਈ ਭਗਤੀ ਨੇ ਪਰਉਪਕਾਰੀ ਬਣਾਉਣਾ ਹੈ। ਦੋ ਚੀਜ਼ਾਂ ਨੇ ਗੱਲ ਸਮਝਣ ਦੀਆਂ, ਤੇ ਸਿਰਫ 1 ਮਿੰਟ ਇੱਥੇ ਹੋਰ ਲੈਣਾ ਹੈ ਮੈਂ, ਕਿਉਂਕਿ ਰਹਾਉ ਦਾ ਬੰਦ ਹੈ, ਇਹਨੂੰ ਥੋੜਾ ਡੀਪਲੀ ਸਮਝਣ ਦੀ ਕੋਸ਼ਿਸ਼ ਕਰੀਏ। ਪ੍ਰਮਾਤਮਾ ਦੀ ਭਗਤੀ ਕਿਵੇਂ ਕਰਨੀ ਹੈ? ਚੌਂਕੜੇ ਅਸੀਂ ਅੱਜ ਮਰਵਾਤੇ ਨੇ, ਲਾਈਟਾਂ ਬੰਦ ਕਰਾਤੀਆਂ ਨੇ ਵੀ ਅੱਜ ਅੱਖਾਂ ਮੀਟ ਲਓ ਬਸ। ਪਰ ਸਤਿਗੁਰੂ ਕਹਿੰਦੇ ਅੱਖੀਂ ਤਾਂ ਮੀਚੈ, ਨਾਕ ਪਕੜੈ, ਠੱਗਣ ਕੋ ਸੰਸਾਰ। ਸਤਿਗੁਰੂ ਕਹਿੰਦੇ ਇਹ ਠੱਗ ਠਗੋਲੀ ਮੈਨੂੰ ਨਹੀਂ ਚੰਗੀ ਲੱਗਦੀ ਵੀ ਅੱਖਾਂ ਮੀਟ ਕੇ ਤੂੰ ਉੱਚੀ ਉੱਚੀ ਕਰ ਰਿਹਾ ਮੰਤਰਾਂ ਦੇ ਜਾਪ, ਭਾਈ ਮੈਂ ਨਹੀਂ ਇਹ ਗੱਲ ਸਮਝਦਾ। ਸਤਿਗੁਰੂ ਕਹਿੰਦੇ ਮੇਰਾ ਨਿਯਮ ਡਿਫਰੈਂਟ ਹੈ, ਮੈਂ ਚਾਹੁੰਦਾ ਹੈ ਵੀ ਤੂੰ ਆਪਣੇ ਕਿਰਦਾਰ ਨੂੰ ਡਿਵੈਲਪ ਕਰੇ, ਸਿਮਰਨ ਕਰ। ਇਹ ਨਹੀਂ ਕਿ ਸਿਮਰਨ ਕਰਨ ਦੀ ਮਨਾਹੀ ਨਹੀਂ, ਜਿੰਨਾ ਕਰਨਾ ਕਰੀ ਜਾ ਵਾਹਿਗੁਰੂ ਵਾਹਿਗੁਰੂ, ਪਰ ਤੇਰੇ ਚੇਤੇ 'ਚ ਤੇ ਹੋਵੇ, ਤੇਰੇ ਚਿੰਤਨ 'ਚ ਤੇ ਹੋਵੇ। ਵਾਹਿਗੁਰੂ ਵਾਹਿਗੁਰੂ ਕਰਦਾ ਕਰਦਾ ਲੋਕਾਂ ਦੇ ਹੱਕ ਮਾਰੀ ਜਾਂਦਾ ਹੈ, ਵਾਹਿਗੁਰੂ ਵਾਹਿਗੁਰੂ ਕਰਦਾ ਕਰਦਾ ਧੋਖਾ ਦੇਈ ਜਾਂਦਾ ਹੈ, ਵਾਹਿਗੁਰੂ ਵਾਹਿਗੁਰੂ ਕਰਦਾ ਕਰਦਾ ਆਪਣੀ ਮਰਜ਼ੀ ਦੇ ਅਰਥ ਅਨਮਤੀ ਗ੍ਰੰਥਾਂ ਦੇ ਪਿੱਛੇ ਤੁਰਿਆ ਫਿਰਦਾ ਹੈ। ਕਿ ਉਸ ਵਾਹਿਗੁਰੂ ਦੇ ਵਿੱਚੋਂ ਤੂੰ ਇਹ ਗੱਲ ਸਿੱਖੀ ਨਹੀਂ ਕਿ ਰੱਬ ਸੱਚਾ ਹੈ, ਉਹਦੇ ਵਿੱਚ ਝੂਠ ਨਹੀਂ ਹੈ, ਉਹ ਫਰੇਬ ਨਹੀਂ ਬਰਦਾਸ਼ਤ ਕਰਦਾ, ਉਹ ਬੇਈਮਾਨੀ ਨਹੀਂ ਬਰਦਾਸ਼ਤ ਕਰਦਾ। ਹੁਣ ਜਿੱਦਣ ਇਹ ਗੱਲ ਪਕੜ 'ਚ ਆਉਂਦੀ ਹੈ, ਇਹ ਕਦੋਂ ਪਕੜ ਜਾਵੇਗੀ? ਜਦੋਂ ਗੁਰੂ ਦੇ ਉਪਦੇਸ਼ਾਂ ਦੀ ਕਮਾਈ ਕਰਾਂਗੇ, ਜਦੋਂ ਜੀਵਨ ਦੇ ਵਿੱਚ ਸੱਚ ਟਿਕਣ ਲੱਗੇਗਾ, ਸੱਚ ਵਸਣ ਲੱਗੇਗਾ, ਕਿਰਦਾਰ ਸੱਚਾ ਬਣਦਾ ਜਾਵੇਗਾ, ਅੰਦਰੋਂ ਫਿਰ ਸੱਚ ਬੋਲਣ ਨੂੰ ਜੀ ਕਰੇਗਾ। ਅੱਜ ਅਸੀਂ ਸੱਚ ਬੋਲਣਾ ਚਾਹੁੰਦੇ ਹਾਂ, ਇਹ ਨਹੀਂ ਕਿ ਨਹੀਂ ਬੋਲਣਾ ਚਾਹੁੰਦੇ, ਸੱਚ ਸਾਨੂੰ ਚੰਗਾ ਲੱਗਦਾ, ਪਰ ਹਿੰਮਤ ਨਹੀਂ ਹੈਗੀ ਕਿ ਉਹ ਸੱਚ ਬੋਲ ਦਈਏ, ਕਿਉਂਕਿ ਆਲੇ ਦੁਆਲੇ ਦੀਆਂ ਕਮਜ਼ੋਰੀਆਂ ਸਾਨੂੰ, ਜਿਹੜੀਆਂ ਸਾਡੀਆਂ ਕਮਜ਼ੋਰੀਆਂ ਬਣੀਆਂ ਨੇ, ਸਵਾਰਥ ਬਣੇ ਨੇ, ਉਹ ਸਾਨੂੰ ਰੋਕ ਲੈਂਦੇ ਨੇ। ਇਸੇ ਕਰਕੇ ਅਸੀਂ ਉੱਥੇ ਦੇ ਉੱਥੇ ਹੀ ਖਲੋਤੇ ਰਹਿ ਜਾਂਦੇ ਹਾਂ। ਪਰ ਜਿੱਦਣ ਅੰਦਰ ਧਰਮ ਦਾ ਉਪਦੇਸ਼, ਗੁਰੂ ਦੀ ਬਾਣੀ ਘਰ ਕਰਦੀ ਹੈ, ਤੇ ਸਤਿਗੁਰੂ ਕਹਿੰਦੇ ਉਦਣ ਚੁੱਪ ਨਹੀਂ ਰਹਿ ਸਕਦਾ ਸਿੱਖ। ਉਹਦੇ ਅੰਦਰ ਆਜ਼ਾਦੀ ਦੀ ਭਾਵਨਾ, ਫਰੀਡਮ ਦੀ ਭਾਵਨਾ
ਆਜ਼ਾਦ ਸੋਚ ਦੀ, ਆਜ਼ਾਦ ਵਿਚਾਰ ਦੀ ਭਾਵਨਾ ਉਹਦੇ ਅੰਦਰ ਜਨਮ ਲੈਂਦੀ ਹੈ। ਉਹ ਫਿਰ ਦੂਸਰਿਆਂ ਨਾਲ ਪਿਆਰ ਕਰਦਾ ਹੈ, ਦੂਸਰਿਆਂ ਦੇ ਦੁੱਖ ਵੰਡਾਉਂਦਾ ਹੈ। ਪਰਮਾਤਮਾ ਇਹੀ ਚੀਜ਼ਾਂ ਵੇਖ ਕੇ ਖੁਸ਼ ਹੁੰਦਾ ਹੈ। ਉਹ ਕਹਿੰਦਾ ਮੈਨੂੰ ਤੇਰਾ ਭੇਖ ਨਹੀਂ ਚਾਹੀਦਾ, ਵੀ ਤੂੰ ਕੱਪੜੇ ਤੇ ਬੜੇ ਸੋਹਣੇ ਪਾਏ ਨੇ, ਸ਼ਿੰਗਾਰ ਵੀ ਕੀਤਾ ਹੈ, ਪਰ ਜਦੋਂ ਮੈਂ ਤੈਨੂੰ ਕਹਿੰਦਾ ਵੀ ਤੂੰ ਮੇਰੇ ਕੋਲ ਆ, ਤੂੰ ਕਹਿੰਦੀ ਨਹੀਂ ਵੀ ਮੈਂ ਤੇ ਕਿਸੇ ਹੋਰ ਨਾਲ ਅੱਟੀ ਸੱਟੀ ਲਾਈ ਹੈ। ਤੂੰ ਇੱਕ ਬੰਨੇ ਕਹਿੰਦੀ ਆ ਵੀ ਮੈਂ ਤੇਰੀ ਹਾਂ, ਹੇ ਵਾਹਿਗੁਰੂ ਜੀ ਮੈਂ ਤੇਰੀ ਹਾਂ, ਦੂਜੇ ਬੰਨੇ ਤੂੰ ਜਾ ਕੇ ਪਤਾ ਨਹੀਂ ਕਿੰਨੇ ਪੀਰਾਂ ਕਬਰਾਂ ਮੜੀਆਂ ਮਸਾਨਾਂ ਤੇ ਤੁਰੀ ਫਿਰਦੀ ਹੈ। ਤੇ ਸਤਿਗੁਰੂ ਕਹਿੰਦੇ ਫਿਰ ਮੈਂ ਕਿਵੇਂ ਮੰਨ ਲਵਾਂ ਇਹ ਜੀਵ ਇਸਤਰੀ ਤੂੰ ਮੇਰੀ? ਤੂੰ ਤੇ ਨਿਤ ਝੂਠ ਤੇ ਖੁਆਰ ਜਿਹੜੀ ਜ਼ਿੰਦਗੀ ਜੀ ਰਹੀ ਹੈ, ਆਪ ਵੀ ਖੁਆਰ ਹੋ ਰਹੀ ਹੈ, ਦੂਜਿਆਂ ਨੂੰ ਵੀ ਕਰ ਰਹੀ ਹੈ। ਹੁਣ ਸਤਿਗੁਰੂ ਜੀ ਨੇ ਪਹਿਲਾ ਬੰਦ ਪਾਵਨ ਸ਼ਬਦ ਹੈ, ਜਿਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਹੋਰ ਗੱਲ ਨੂੰ ਖੋਲ੍ਹਦੇ। ਹੁਣ ਰਹਾਉ ਦੇ ਬੰਦ ਵਿੱਚ ਇਹ ਗੱਲ ਪਕੜ ਦੇ ਵਿੱਚ ਆਈ ਹੈ, ਇਹ ਗੱਲ ਸਮਝ ਵਿੱਚ ਆ ਗਈ ਹੈ ਸਾਡੇ, ਕਿ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਮੁੰਦੇ ਫਿਰ ਬਿਨ ਕਿਆ ਸ਼ਿੰਗਾਰ, ਕਿ ਪਤੀ ਪਰਮਾਤਮਾ ਦੇ ਗਿਆਨ ਤੋਂ ਬਿਨਾ, ਉਹਦੀ ਸਮਝ ਤੋਂ ਬਿਨਾ, ਉਹਦੇ ਨਾਲ ਪ੍ਰੇਮ ਕਰਨ ਤੋਂ ਬਿਨਾ ਜੇ ਮੈਂ ਧਾਰਮਿਕ ਵਖੇਵੇ ਕਰ ਰਿਹਾ, ਇਹ ਉਦਮ ਕਰ ਰਿਹਾ, ਕਰਮਕਾਂਡ ਕਰ ਰਿਹਾ, ਪਖੰਡ ਕਰ ਰਿਹਾ, ਮੇਰੇ ਪ੍ਰੀਤਮ ਨੂੰ ਨਹੀਂ ਰਿਝਾ ਸਕਦੇ। ਉਹਨੂੰ ਰਿਝਾਉਣ ਵਾਸਤੇ ਮੈਨੂੰ ਕੁਝ ਹੋਰ ਕਰਨਾ ਪਊਗਾ। ਉਹ ਕੀ ਕਰਨਾ ਪਊਗਾ? ਸਤਿਗੁਰੂ ਜੀ ਦੱਸ ਰਹੇ ਪਹਿਲੇ ਬੰਦ ਵਿੱਚ। ਹੁਣ ਪਹਿਲਾ ਬੰਦ ਸਾਹਿਬ ਕਹਿੰਦੇ ਧ੍ਰਿਗ ਜੀਵਨ ਦੁਹਾਗਣੀ, ਮੁੱਠੀ ਦੂਜੈ ਭਾਏ। ਕਿਸੇ ਨੂੰ ਹਜ਼ਾਰਾਂ ਵਾਰੀ ਫਟਕਾਰ ਕਹਿਣਾ ਹੋਵੇ ਨਾ, ਤੇ ਇੱਕ ਸ਼ਬਦ ਵਰਤਿਆ ਜਾਂਦਾ ਹੈ ਧ੍ਰਿਗ, ਤਿਕਾਰ, ਜਿਹੜਾ ਫਟਕਾਰ ਜੋ ਕਿਸੇ ਨੂੰ ਫਿੱਟ ਪਾਉਣੀ ਹੋਵੇ। ਸਤਿਗੁਰੂ ਕਹਿੰਦੇ ਜਿਹੜੀ ਭਾਗਹੀਣ ਜੀਵ ਇਸਤਰੀ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਰੂਪੀ ਪਤੀ ਤੋਂ ਬਿਨਾ ਮਾਇਆ ਆਦਿਕ ਤੇ ਹੋਰ ਪਦਾਰਥਾਂ ਦੇ ਪਿਆਰ ਦੇ ਵਿੱਚ ਹੀ ਰਹਿੰਦੀ ਹੈ, ਸਤਿਗੁਰੂ ਕਹਿੰਦੇ ਉਹ ਨਿਤ ਠੱਗੀ ਜਾ ਰਹੀ ਹੈ। ਮੁੱਠੀ ਦਾ ਅਰਥ ਹੈ ਠੱਗੀ ਜਾਣਾ, ਠੱਗਿਆ ਜਾਣਾ। ਸਤਿਗੁਰੂ ਕਹਿੰਦੇ ਜਿਹਦਾ ਜੀਵਨ ਹੀ ਪਰਮਾਤਮਾ ਤੋਂ ਵਿਸਾਰ ਕੇ ਜਿਹੜਾ ਜੀ ਰਿਹਾ ਹੈ, ਸਤਿਗੁਰੂ ਕਹਿੰਦੇ ਐਸੀ ਜੀਵ ਇਸਤਰੀ ਸੋਚਦੀ ਹੈ ਸ਼ਾਇਦ ਮੈਂ ਰੱਬ ਨੂੰ ਧੋਖਾ ਦੇ ਰਹੀ ਹਾਂ। ਰੱਬ ਨੂੰ ਨਹੀਂ, ਉਹ ਆਪਣੇ ਆਪ ਨੂੰ ਧੋਖਾ ਦੇ ਰਹੀ ਹੈ। ਹੁਣ ਮੈਂ ਕਮਰੇ ਵਿੱਚ ਬਹਿ ਕੇ ਗੁਨਾਹ ਕਰ ਰਿਹਾ ਤੇ ਸੋਚ ਰਿਹਾ ਮੈਨੂੰ ਕੋਈ ਨਹੀਂ ਵੇਖ ਰਿਹਾ। ਸਤਿਗੁਰੂ ਗੁਰਦੇਵ ਕਹਿੰਦੇ ਇਹ ਤੇਰਾ ਹੀ ਭੁਲੇਖਾ ਹੈ, ਵੀ ਤੂੰ ਇਹ ਵੇਖ ਰਿਹਾ ਕਿ ਤੈਨੂੰ ਕੋਈ ਨਹੀਂ ਵੇਖ ਰਿਹਾ। ਤੈਨੂੰ ਹਰ ਇੱਕ ਪਰਮਾਤਮਾ ਹਰ ਜਗ੍ਹਾ ਤੈਨੂੰ ਵੇਖ ਰਿਹਾ। ਅੱਜ ਅਸੀਂ ਆਪਣੇ ਸਟੋਰਾਂ ਦੇ ਉੱਤੇ ਵੈਬ ਕੈਮ ਲਾਉਂਦੇ ਹਾਂ ਵੀ ਅਸੀਂ ਵੇਖੀਏ ਵੀ ਜਿਹੜੇ ਅਸੀਂ ਥੱਲੇ ਇੰਪਲੋਈ ਰੱਖੇ ਨੇ ਇਮਾਨਦਾਰੀ ਨਾਲ ਕੰਮ ਕਰਨ, ਪਰ ਜਿਹਦੇ ਸਿੱਖ ਦੇ ਅੰਦਰ ਇਹ ਭਾਵਨਾ ਪੈਦਾ ਹੋ ਗਈ ਨਾ ਕਿ ਵੀ ਮੇਰਾ ਪਰਮਾਤਮਾ ਮੈਨੂੰ ਵੇਖਦਾ ਹੈ, ਉਹਨੂੰ ਵੈਬ ਕੈਮਾਂ ਦੇ ਵਿੱਚੋਂ ਵੀ ਡਰਨ ਦੀ ਲੋੜ ਨਹੀਂ, ਕਿਉਂਕਿ ਉਹ ਤੇ ਇਮਾਨਦਾਰੀ ਨਾਲ ਰਹਿੰਦਾ। ਉਹਦੇ ਉੱਤੇ ਜਿੰਨੇ ਮਰਜ਼ੀ ਕੈਮਰੇ ਰੱਖ, ਉਹਨੇ ਬੇਈਮਾਨੀ ਕਰਨੀ ਨਹੀਂ, ਕਿਉਂਕਿ ਉਹਦਾ ਜੀਵਨ ਹੀ ਇਮਾਨਦਾਰੀ ਤੇ ਹੈ। ਜਿੱਦਣ ਇਹ ਗੱਲ ਪਕੜ 'ਚ ਆ ਗਈ ਨਾ, ਸਤਿਗੁਰੂ ਕਹਿੰਦੇ ਉਦੋਂ ਜੀਵਨ 'ਚ ਠੱਗਿਆ ਨਹੀਂ ਜਾਵੇਗਾ। ਪਰ ਅੱਜ ਕੀ ਹੋ ਰਿਹਾ? ਧ੍ਰਿਗ ਜੀਵਨ ਦੁਹਾਗਣੀ। ਕਹਿੰਦੇ ਇਹ ਮਨੁੱਖ, ਇਹ ਜੀਵ ਇਸਤਰੀ ਵਿਕਾਰਾਂ ਦੇ ਵਿੱਚ ਮਰੀ ਹੋਈ, ਹੰਕਾਰ ਦੇ ਵਿੱਚ ਮਰੀ ਹੋਈ ਐਸੀ ਜੀਵ ਇਸਤਰੀ ਨਿਤ ਠੱਗੀ ਜਾ ਰਹੀ ਹੈ, ਵਿਕਾਰਾਂ ਦੇ ਹੱਥੋਂ ਨਿਤ ਲੁੱਟੀ ਜਾ ਰਹੀ ਹੈ। ਕੱਲਰ ਕੇਰੀ ਕੰਧ ਜਿਉਂ ਐਹਨਿਸ ਕਾਰ ਢਹਿ ਪਾਏ। ਹੁਣ ਬੜਾ ਪਿਆਰਾ ਅਗਲੀ ਗੱਲ ਸਾਹਿਬ ਕਹਿੰਦੇ ਕੱਲਰ ਦੀ ਕੰਧ। ਕੱਲਰ ਦੀ ਕੰਧ ਹੁੰਦੀ ਕੱਚੀ ਮਿੱਟੀ ਦੀ ਕੰਧ। ਸਤਿਗੁਰੂ ਕਹਿੰਦੇ ਜਿਸ ਕੰਧ ਵਿੱਚ ਕਲਰ ਪੈ ਗਿਆ, ਆਪਾਂ ਕਹਿੰਦੇ ਨੇ ਕੰਧ 'ਚ ਕਲਰ ਪੈ ਗਿਆ, ਜਦੋਂ ਮਰਜ਼ੀ ਡਿੱਗ ਸਕਦੀ। ਕਹਿੰਦੇ ਜਿਵੇਂ ਕਲਰ ਦੀ ਕੰਧ ਸਹਿਜੇ ਸਹਿਜੇ ਕਿਰਦੀ ਰਹਿੰਦੀ ਹੈ, ਕਹਿੰਦੇ ਤੇਵੇਂ ਉਸ ਮਨੁੱਖ ਦਾ ਜਿਹਦੇ ਵਿੱਚ ਆਤਮਿਕ ਜੀਵਨ ਵੀ, ਜਿਹਦੇ ਵਿੱਚ ਥੋੜੀ ਜਿਹੀ ਆਤਮਿਕ ਜੀਵਨ ਜਿਹਦਾ ਬਣਿਆ ਸੀ, ਆਤਮਾ ਤਾਂ ਉਹ ਮਜ਼ਬੂਤ ਸੀ। ਦੇਖੋ ਹੁਣ ਇੱਥੇ ਗੱਲ ਪਕੜੀਏ, ਇੱਕ ਆ ਆਤਮਾ ਤੋਂ ਮਜ਼ਬੂਤ, ਜ਼ਮੀਰ ਤੋਂ, ਉਹਦਾ ਜ਼ਮੀਰ ਆਵਾਜ਼ ਦਿੰਦਾ ਹੈ, ਉਹ ਕਹਿੰਦਾ ਵੀ ਨਹੀਂ ਮੈਂ ਗਲਤ ਦਾ ਸਾਥ ਨਹੀਂ ਦੇਣਾ, ਨਾ ਭਾਵੇਂ ਮੇਰਾ ਪੁੱਤਰ ਹੀ ਗਲਤ ਹੋਵੇ ਮੈਂ ਨਹੀਂ ਉਹਦੇ ਨਾਲ ਖੜਨਾ, ਮੈਂ ਸਾਥ ਨਹੀਂ ਦੇਣਾ। ਪਰ ਇੱਕ ਐਸਾ ਮਨੁੱਖ ਹੈ ਜਿਹਦਾ ਜ਼ਮੀਰ ਦੇ ਵਿੱਚੋਂ ਆਵਾਜ਼ ਤੇ ਆ ਰਹੀ ਹੈ, ਆਵਾਜ਼ ਆ ਰਹੀ ਹੈ ਵੀ ਨਹੀਂ ਇੱਥੇ ਆ ਗਲਤ ਹੈ, ਪਰ ਉਹਦਾ ਮਾਇਆ ਦਾ ਮੂੰਹ ਚੋਂ ਇਹ ਗੱਲ ਕਹਿਣ ਨਹੀਂ ਦਿੰਦਾ ਵੀ ਇੱਥੇ ਗਲਤ ਹੈ। ਉਹਨੂੰ ਨਜ਼ਰ ਆਉਂਦਾ ਵੀ ਜੇ ਮੈਂ ਇੱਥੇ ਗਲਤ ਕਹੂੰਗਾ ਮੇਰੇ ਬੱਚੇ ਦਾ ਨੁਕਸਾਨ ਹੈ ਜਾਂ ਕਿਸੇ ਦਾ ਨੁਕਸਾਨ ਹੈ, ਉਹ ਚੁੱਪ ਹੋ ਜਾਂਦਾ ਹੈ। ਹੁਣ ਜ਼ਮੀਰ ਤੇ ਕੀ ਹੋਇਆ? ਜ਼ਮੀਰ ਤੇ ਕਹਿ ਰਿਹਾ ਬੋਲ, ਪਰ ਮਾਇਆ ਦਾ ਮੋਹ, ਪਦਾਰਥਾਂ ਦਾ ਮੋਹ, ਪੁੱਤਰ ਮੋਹ ਕਹਿੰਦਾ ਨਹੀਂ ਤੂੰ ਚੁੱਪ ਰਹਿ, ਕੀ ਲੋੜ ਪਈ ਹੈ ਬੋਲਣ ਦੀ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਕਹਿੰਦੇ ਵੀ ਇੱਥੇ ਗੱਲ ਸਮਝਣ ਦੀ ਹੈ, ਮੈਂ ਨਹੀਂ ਸੀ ਚੁੱਪ ਰਿਹਾ। ਜਿੱਦਣ ਮੈਨੂੰ ਆ ਕੇ ਕਿਹਾ ਗਿਆ ਸੀ ਨਾ ਕਿ ਤੇਰੇ ਪੁੱਤਰ ਨੇ ਅੱਜ ਗੁਰਮਤਿ ਦੇ ਅਰਥ, ਬਾਣੀ ਦੇ ਅਰਥ ਆਪਣੀ ਮਰਜ਼ੀ ਦੇ ਕਰ ਦਿੱਤੇ ਨੇ, ਮਿੱਟੀ ਮੁਸਲਮਾਨ ਕੀ ਜਗ੍ਹਾ ਤੇ ਮਿੱਟੀ ਬੇਈਮਾਨ ਕੀ ਕਰ ਦਿੱਤੀ ਹੈ, ਮੈਂ ਕਿਹਾ ਵੀ ਨਹੀਂ, ਮੈਂ ਚੁੱਪ ਨਹੀਂ ਰਹਿਣਾ, ਮੈਂ ਦੱਸ ਦੇਣਾ ਵੀ ਇੱਥੇ ਝੂਠ ਹੈ। ਕਿਉਂਕਿ ਗੁਰੂ ਸਾਹਿਬ ਦੇ ਜੀਵਨ 'ਚ ਮੋਹ ਨਹੀਂ ਸੀ, ਪਦਾਰਥਾਂ ਦਾ ਮੋਹ ਨਹੀਂ ਸੀ,
पर जिहड़ा मनुख जीवन के तौर पर मर गया, हौली हौली ज़मीर तौर पर आवाज़ आउंदी है पहलां ज़मीर चों भी नहीं है गलत है, एक दिन ऐसा आउंदा है जिदन ज़मीर बिल्कुल ही मर जाता है, उदण नहीं लोड़ पैंदी। अज साडी कौम नाल यही हालत होई है। जिन्हां आगूआं नूं असीं कौम दा आगू जाण के हत्थ विच उन्हां दे कौम दी जिम्मेवारी सौंपी, हौली हौली उन्हां दे इन्ने ज़मीर मर चुके ने कि अज उन्हां दे जूं नहीं सरकदी मत्थे ते, जूं नहीं सरकदी अज उन्हां दे कन्नां 'च, क्योंकि उन्हां नूं पता है कि असीं साडा स्वार्थ पूरा हो रहा है। उन्होंने कोई लोड़ पई है आवाज़ चुकण की। आ वड्डे वड्डे पखंडी साध नित सतगुरु गुरुदेव जी महाराज जी के सिद्धांतों के उपर अज तक गुरु ग्रंथ साहिब जी महाराज का बरगाड़ी कांड का जिहड़ा निर्णय नहीं हो सकिया। तुसीं देख लो की बनूगी साडी कौम की हालात, क्योंकि ज़मीरां मरीआं पईआं ने। सतगुर दे वेले ज़मीर सिख दी जिउंदी सी। साहिब कहंदे कलर केरी कंध ज्यों ऐन इस कार ढह पाए। कहते जिमें हौली हौली कलर की कंध ढह ढह के डिग पैंदी है, कहते इवें जिहड़ा मनुख हौली हौली आत्मिक मौत जिहड़ा अपने ज़मीर अपनी आत्मा नूं मारन लग पैंदा है ना, हौली हौली एक दिन उहदा ज़मीर मर जाता है, उहदी आत्मिक मौत हो जाती है इस माया दे मोह दे पदार्थां दे विच पै के, क्योंकि वो बोल ही नहीं फिर पाउंदा। वो फिर उहदे अंदर कमज़ोरियां इन्नियां बन जांदियां ने कि जो सच बोलण की कोशिश भी करे तो उन्होंने अपनियां कमज़ोरियां सच बोलण वाले बन्ने लैके नहीं जांदियां। बिन शब्द सुख ना थीए, फिर बिन दुख ना जाए। सतगुरु कहंदे जिस सुख की खातर तू नित दौड़ भज करदी फिरदी आ ना जीव इस्त्रीए, ये गल चेते रखी। सतगुरु गुरु शब्द की विचार तो बिना, गुरु जी के शब्द की समझ तो बिना, गुरु जी की शरण विच आउण तो बिना, गुरु जी के ज्ञान नूं, गुरु ग्रंथ साहिब जी के ज्ञान नूं जीवन विच लैण तो बिना, ये माया दे मोह तो, ये माया दे पदार्थां तो तू कदी मुक्त नहीं हो सकदी। बिन शब्द है सुख ना थीए, फिर बिन दुख ना जाए। ते चेता रखी, जब तक इस माया दे मोह विच पई रवेगी नित दुखी होवेगी, परेशान होवेगी, क्योंकि असली सुख ते परिपूर्ण परमात्मा नूं मिलण करके ही है। जब तक पति परमात्मा वाहिगुरू नाल मिलाप नहीं हुंदा, मानसिक तौर ते तू दुखी रवेगी, आत्मिक तौर ते परेशान रवेगी। जे मानसिक तौर ते सुख चाहुंदी है तो फिर आत्मा नूं परमात्मा दे विच लीन कर। मुंदे पिर बिन क्या शिंगार, है मूर्ख जीव इस्त्रीए, पति परमात्मा नूं मिलण तो बिना ये तेरे शिंगार किसे काम दे नहीं हन। दर घर ढोई ना लहै, दरगाह झूठ खुआर। कहंदे जिहड़ी जीव इस्त्री प्रेम तो सखणी रह के धार्मिक उद्यम कर्म आदि करी जाती है, पर उसके अंदर माया दा मोह प्रबल है, वो प्रभु दे दर ते प्रभु दे घर दे विच आसरा नहीं लै सकती, क्योंकि झूठ फरेब ते माया दा मोह परमात्मा की हाज़री विच प्रवान नहीं हुंदा। ऐसे मनुख उत्थे दुकारे जांदे ने, प्रवान नहीं हुंदे। आप सुजान ना भूलई, सच्चा विड किसान। कहंदे वे किसान तो पातशाह जी उदाहरण दिंदे, किसान की जुगती समझाउंदे। कहंदे किसान दे की करदा है, अपने रोज़ाना तजर्बे तो उन्होंने पता है कि बीज नूं बीजण दा समा किहड़ा है, उन्होंने पता है कि बीज बीजण तो पहला मैनूं की करना पऊगा। आप सुजान ना भूलई, सच्चा वड किसान। कहंदे जिवें वो किसान पहला धरती नूं किवें तैयार करदा है, फिर उहदे विच फसल चंगी लग सके, फिर उहदे वास्ते पूरी मेहनत करदा है, ऐन तरीके नाल धरती नूं पूरी साधदा है। कहंदे इवें जिहड़ा सदा स्थिर रहण वाला परमात्मा है ना, वो बड़ा सियाणा ते समझदार ते वड्डा किसान है। वो भी जानदा है कि इस मनुख दे अंदर कदों वत्तर बीजिया जावे, ये मनुख कदों इहदे विच ऐसी बरकत बने कि इहदे नाल मिलाप कीता जावे। कहंदे उहदे वास्ते तैनूं अपनी धरती उपजाऊ करनी पैगी, धरती नूं साधना पऊगा। किहड़ी धरती? शरीर रूपी धरती, मन रूपी धरती, इनू साधना पऊगा ताकि परिपूर्ण परमात्मा रूपी पति रूपी किसान इहदे विच सच दा बीज बीज दवे ते सच दी खेती उपज जावे।
ਪਹਿਲਾਂ ਧਰਤੀ ਸਾਧਕੈ ਸੱਚ ਨਾਮ ਦੇ ਦਾਨ। ਕਹਿੰਦੇ ਪਹਿਲਾਂ ਆਪਣੀ ਧਰਤੀ, ਹਿਰਦੇ ਰੂਪੀ ਧਰਤੀ ਨੂੰ ਸਾਧ, ਤੇ ਇਹਦੇ ਵਿੱਚ ਫਿਰ ਸੱਚ ਦਾ ਬੀਜ ਵੀ, ਸੱਚ ਦਾ ਦਾਣਾ ਪਾ। ਤੇ ਸਭ ਕਹਿੰਦੇ ਨੌ ਨਿਧ ਉਪਜੈ ਨਾਮ ਏਕ, ਕਰਮ ਪਵੈ ਨਿਸ਼ਾਨ। ਕਹਿੰਦੇ ਫਿਰ ਉਪਜੂਗਾ ਕੀ ਇਹਦੇ ਵਿੱਚੋਂ? ਕਹਿੰਦੇ ਜਿਸ 9 ਨਿਧੀਆਂ ਦੇ ਖਜ਼ਾਨਿਆਂ ਦੇ ਪਿੱਛੇ ਤੂੰ ਦੌੜਦਾ ਫਿਰਦਾ ਹੈ ਨਾ, ਉਹ ਸਭ ਕੁਝ ਇੱਕ ਪ੍ਰਮਾਤਮਾ ਦੀ ਰਜ਼ਾ ਤੇ ਹੁਕਮ ਦੇ ਵਿੱਚ ਤੁਰ ਕੇ ਤੈਨੂੰ ਸਭ ਕੁਝ ਮਿਲ ਜਾਣਗੇ। 9 ਨਿਧ ਉਪਜੈ ਨਾਮ ਏਕ, 9 ਨਿਧੀਆਂ ਤੋਂ ਵੀ ਉੱਪਰ ਜੇ ਇਹਦੇ ਵਿੱਚੋਂ ਕੋਈ ਚੀਜ਼ ਪੈਦਾ ਹੋਵੇਗੀ, ਉਹ ਪ੍ਰਮਾਤਮਾ ਵਾਹਿਗੁਰੂ ਦਾ ਇੱਕ ਹੁਕਮ ਮੰਨਣ ਦੀ ਤੇਰੇ ਮਨ ਦੀ ਤਾਸੀਰ ਬਣ ਜਾਊਗੀ। ਕਰਮ ਪਵੈ ਨਿਸ਼ਾਨ। ਤੇ ਤੇਰੀ ਇਹ ਮਿਹਨਤ, ਤੇਰੀ ਇਹ ਜੀਵਨ ਦੀ ਕਮਾਈ ਪ੍ਰਭੂ ਦੇ ਘਰ ਦੀ ਰਾਹਦਾਰੀ ਹੋਵੇਗੀ, ਤੇ ਤੇਰੇ ਹਿਰਦੇ ਦੀ ਉੱਤੇ ਕੀਤੀ ਹੋਈ ਮਿਹਨਤ, ਸੱਚ ਦੇ ਵਸਾਏ ਹੋਏ ਗੁਣ, ਇਹ ਮਿਹਨਤ ਸਫਲ ਹੋਵੇਗੀ ਤੇ ਨਿਰੰਕਾਰ ਤੇਰੇ ਘਰ ਦੇ ਵਿੱਚ ਆ ਕੇ ਟਿਕ ਜਾਵੇਗਾ। ਗੁਰ ਕੋ ਜਾਣ ਨਾ ਜਾਣੈ ਕਿਆ ਤਿਸ ਚੱਜ ਅਚਾਰ। ਕਹਿੰਦੇ ਜਿਹੜਾ ਮਨੁੱਖ ਜਾਣ ਬੁੱਝ ਕੇ, ਹੁਣ ਬੜੀ ਪਿਆਰੀ ਗੱਲ ਸਮਝਣ ਦੀ ਹੈ, ਸ਼ਬਦ ਥੋੜਾ ਲੰਬਾ ਹੈ, ਮੈਂ ਮਾਫੀ ਚਾਹੁੰਦਾ, ਸਮਾਂ ਮੈਂ 5 ਮਿੰਟ ਜ਼ਿਆਦਾ ਲੱਗ ਜਾਣਗੇ ਅੱਜ। ਕਹਿੰਦੇ ਗੁਰੂ ਕੋ ਜਾਣ ਨਾ ਜਾਣੀ ਕਿਆ ਤਿਸ ਚੱਜ ਅਚਾਰ। ਕਹਿੰਦੇ ਜਿਹੜਾ ਮਨੁੱਖ ਜਾਣ ਬੁੱਝ ਕੇ ਗੁਰੂ ਦੀ ਗੱਲ ਹੀ ਨਾ ਮੰਨੇ। ਹੁਣ ਸਾਨੂੰ ਸਭ ਪਤਾ ਹੈ ਗੁਰਬਾਣੀ 'ਚ ਕੀ ਲਿਖਿਆ ਹੈ, ਜਿੰਨਾ ਅੱਜ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ ਹੈ, ਮੇਰੇ ਵਰਗੇ ਕਥਾਕਾਰਾਂ ਨੂੰ ਵੀ ਪਤਾ ਹੈ। ਮੈਂ ਕਈ ਵਾਰੀ ਅੱਜ ਦੇ ਕਥਾਕਾਰਾਂ ਨੂੰ ਵੇਖਦਾ, ਕਈਆਂ ਦਾ ਮੈਂ ਬੜਾ ਸਤਿਕਾਰ ਕਰਦਾ ਸੀ, ਪਰ ਅੱਜ ਜਾਣ ਬੁੱਝ ਕੇ ਸਭ ਕੁਝ ਵੇਖਦੇ ਹਾਂ, ਸਮਝਦੇ ਹਾਂ, ਜਾਣਦੇ ਹਾਂ ਵੀ, ਜਾਣ ਬੁੱਝ ਕੇ ਝੂਠ ਦਾ ਸਾਥ ਦੇ ਜਾਂਦੇ। ਮੰਨ ਰਹੇ ਨੇ ਇਹਨਾਂ ਗ੍ਰੰਥਾਂ ਦੇ ਵਿੱਚ ਬਹੁਤ ਮਿਲਾਵਟ ਹੈ, ਇਹਨਾਂ ਗ੍ਰੰਥਾਂ ਦੇ ਵਿੱਚ ਅਨਮਤ ਹੈ, ਇਹਨਾਂ ਗ੍ਰੰਥਾਂ ਵਿੱਚ ਮਨਮਤ ਹੈ, ਸਭ ਪਤਾ ਹੈ, ਪਰ ਫਿਰ ਵੀ ਜਾਣ ਬੁੱਝ ਕੇ ਉਹਨਾਂ ਨੂੰ ਪ੍ਰਮੋਟ ਕਰ ਰਹੇ ਨੇ। ਜਾਣ ਬੁੱਝ ਕੇ ਮੈਨੂੰ ਸਮਝ ਨਹੀਂ ਆਉਂਦੀ ਵੀ ਜਾਂ ਤਾਂ ਉਹਨਾਂ ਨੂੰ ਸਮਝ ਨਹੀਂ, ਜਾਂ ਉਹ ਜਾਣ ਬੁੱਝ ਕੇ। ਪਰ ਇੰਜ ਲੱਗ ਰਿਹਾ ਇਹਨਾਂ ਪੰਕਤੀਆਂ ਤੋਂ ਜਿਵੇਂ ਪਾਤਸ਼ਾਹ ਕਹਿੰਦੇ ਗੁਰੂ ਕੋ ਜਾਣ ਨਾ ਜਾਣੀ ਕਿਆ ਤੇ ਚੱਜ ਅਚਾਰ। ਜਾਣ ਬੁੱਝ ਕੇ ਗੱਲ ਗੁਰੂ ਦੀ ਖੋਲ੍ਹਣ ਨੂੰ ਤਿਆਰ ਨਹੀਂ, ਤਾਂ ਕਿ ਜੇ ਅੱਜ ਅਸੀਂ ਇਹ ਸੱਚ ਖੋਲ੍ਹ ਦਿੱਤਾ ਜਿਹੜਾ ਅੱਜ ਤੱਕ ਝੂਠ ਬੋਲਦੇ ਆਏ ਆ, ਉਹ ਕੀ ਹੋਊਗਾ? ਪਰ ਗੁਰਮੁਖ ਕੀ ਕਰਦਾ? ਉਹ ਕਹਿੰਦਾ ਵੀ ਨਹੀਂ, ਗੁਰੂ ਦੀ ਗੱਲ ਨਹੀਂ ਮੈਂ ਲੁਕਾਉਣੀ, ਸੱਚ ਦੀ ਗੱਲ ਤੇ ਸੱਚ ਦੀ ਬਾਤ ਸੰਗਤ ਤੱਕ ਪਹੁੰਚਾਉਣਾ ਮੇਰਾ ਫਰਜ਼ ਹੈ। ਸਾਹਿਬ ਕਹਿੰਦੇ ਜਿਹੜਾ ਜਾਣ ਬੁੱਝ ਕੇ ਗੁਰੂ ਦੀ ਗੱਲ ਲੁਕਾਉਂਦਾ ਨਾ, ਉਹਦੇ ਜੀਵਨ ਦਾ ਕੋਈ ਢੰਗ ਨਹੀਂ ਜਿਉਣ ਦਾ, ਉਹ ਆਪਣੇ ਜੀਵਨ ਤੋਂ ਕੋਝਾ ਹੈ, ਆਪਣੇ ਜੀਵਨ ਤੋਂ ਉਹ ਕਮਜ਼ੋਰ ਹੈ, ਉਹਦੇ ਜੀਵਨ ਦੇ ਵਿੱਚ ਕਮੀਆਂ ਨੇ, ਜਿਹਦੇ ਕਰਕੇ ਉਹ ਸੱਚ ਬੋਲਣਾ ਨਹੀਂ ਚਾਹੁੰਦਾ। ਅੰਧੁਲੈ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ। ਅੰਧੁਲੈ ਦਾ ਅਰਥ ਹੈ ਅੰਨੇ ਨੇ, ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅੰਧ ਗੁਬਾਰ ਉਹ ਅੰਨਾ ਜਿਸ ਦੇ ਸਾਹਮਣੇ ਘੁੱਪ ਅੰਧੇਰਾ ਹੈ। ਕਹਿੰਦੇ ਆਤਮਿਕ ਰੌਸ਼ਨੀ ਵੱਲੋਂ, ਹੁਣ ਆਤਮਿਕ ਰੌਸ਼ਨੀ ਕੀ ਹੈ? ਗੁਰੂ ਦਾ ਗਿਆਨ ਆਤਮਾ ਦੀ ਮਜ਼ਬੂਤੀ ਕਰਦਾ ਹੈ। ਉਹ ਤੋਂ ਅੰਨਾ ਹੋਇਆ ਮਨੁੱਖ ਪਰਮਾਤਮਾ ਨੂੰ ਆਪਣੇ ਤੋਂ ਦੂਰ ਜਾਣਦਾ ਹੈ, ਬੜਾ ਦੂਰ ਆ, ਉਹ ਮੇਰੇ ਨੇੜੇ ਨਹੀਂ ਹੈ, ਤੇ ਆਪਣੇ ਮਨ ਦੇ ਪਿੱਛੇ ਤੁਰਨ ਕਰਕੇ ਆਪਣੇ ਜੀਵਨ ਦੇ ਪੰਧ, ਜੀਵਨ ਦੇ ਰਸਤੇ ਵਿੱਚ ਕੁੱਪ ਅੰਧੇਰਾ ਕਰਕੇ ਬੈਠਾ ਹੈ। ਵਿਕਾਰਾਂ ਦਾ, ਮਾਇਆ ਦਾ, ਨਾ ਇਹ ਕੁੱਪ ਅੰਧੇਰਾ ਦੂਰ ਕਰਨਾ ਚਾਹੁੰਦਾ, ਨਾ ਸੱਚ ਦਾ ਪ੍ਰਗਾਸ ਹੋਣਾ ਹੁੰਦਾ ਇਹਦੇ ਅੰਦਰ, ਤੇ ਨਾ ਹੀ ਇਹਨੂੰ ਗੁਰਮਤ ਦਾ ਸਹੀ ਰਸਤਾ, ਪ੍ਰਮਾਤਮਾ ਦਾ ਸਹੀ ਰਸਤਾ ਨਜ਼ਰ ਆਉਂਦਾ ਹੈ। ਆਵਣ ਜਾਣ ਨਾ ਚੁੱਕਈ ਮਰ ਜਨਮੈ ਹੋਏ ਖੁਆਰ। ਕਹਿੰਦੇ ਐਸੇ ਮਨੁੱਖ ਦਾ ਜੰਮਣ ਮਰਨ ਨਹੀਂ ਮੁੱਕਦਾ। ਹੁਣ ਕਿਹੜਾ ਜੰਮਣ ਮਰਨ ਨਹੀਂ ਮੁੱਕਦਾ? ਜਦੋਂ ਅਸੀਂ ਨਿਤ ਵਿਕਾਰਾਂ ਦੇ ਵਿੱਚ, ਪਤਾ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੀ ਵਾਰੀ ਜਨਮ ਲੈਂਦੇ ਹਾਂ, ਕਿੰਨੀ ਵਾਰੀ ਮਰਦੇ ਹਾਂ। ਜਿਹੜਾ ਸਵਾਸ ਸਾਡਾ ਮਰਦਾ ਹੈ, ਨਵੇਂ ਸਵਾਸ ਦਾ ਜਨਮ ਹੁੰਦਾ ਹੈ। ਹੁਣ ਜਿੰਨੀ ਵਾਰੀ ਅਸੀਂ ਜੰਮਦੇ ਮਰਦੇ ਹਾਂ, ਸਵਾਸ ਆ ਗਿਆ ਤੇ ਜ਼ਿੰਦਗੀ ਹੈ, ਸਵਾਸ ਨਹੀਂ ਆਇਆ ਤੇ ਮੌਤ ਹੈ। ਇਹ ਜੰਮਣ ਮਰਨ ਦੀ ਖੇਡ ਨਿਰੰਤਰ ਚੱਲ ਰਹੀ ਹੈ। ਹੁਣ ਉਹਦੇ ਵਿੱਚ ਜੇ ਆਤਮਾ ਦੀ ਮਜ਼ਬੂਤੀ ਨਹੀਂ ਹੈ, ਜੇ ਗੁਰਮਤ ਦਾ ਗਿਆਨ ਨਹੀਂ ਹੈ, ਸਮਝ ਨਹੀਂ ਹੈ, ਗੁਰਬਾਣੀ ਦੀ ਪਕੜ ਨਹੀਂ ਹੈ, ਵਿਚਾਰ ਪ੍ਰਮਾਤਮਾ ਦੇ ਉੱਤੇ ਵਿਸ਼ਵਾਸ ਨਹੀਂ ਹੈ, ਭਰੋਸਾ ਨਹੀਂ ਹੈ, ਨਿਤ ਅਸੀਂ ਪਤਾ ਨਹੀਂ ਕਿੰਨੀ ਵਾਰੀ ਵਿਕਾਰਾਂ ਵਿੱਚ ਜਨਮ ਲੈ ਰਹੇ, ਕਦੀ ਕ੍ਰੋਧ ਵਿੱਚ, ਕਦੀ ਲੋਭ 'ਚ, ਕਦੀ ਵਿਚਾਰ ਸਾਡੇ ਅੰਦਰ ਕਾਮ ਦੇ ਪ੍ਰਫੁੱਲਤ ਹੁੰਦੇ ਨੇ। ਸਤਿਗੁਰੂ ਕਹਿੰਦੇ ਐਸਾ ਮਨੁੱਖ ਮੁਕਤ ਨਹੀਂ ਹੋ ਸਕਦਾ।
ਐਸੇ ਮਨੁੱਖ ਦੇ ਵਿਚਾਰਾਂ ਦੇ ਵਿੱਚ 5 ਮਿੰਟ ਪਹਿਲਾਂ ਕੀ ਸੀ 5 ਮਿੰਟ ਬਾਅਦ ਬਦਲ ਜਾਵੇਗਾ। ਉਹਦੇ ਵਿੱਚ ਤਬਦੀਲੀਆਂ ਜ਼ਾਹਰ ਜੰਦੀ ਆਉਂਦੀਆਂ ਰਹਿਣਗੀਆਂ, ਪਰ ਕਿ ਜਿਹੜਾ ਗੁਰਮਤਿ ਦੇ ਗਾਡੀ ਰਾਹ ਤੇ ਤੁਰ ਪਿਆ ਉਹ ਸਥਿਰ ਹੋ ਜਾਵੇਗਾ। ਉਹਦੇ ਅੰਦਰ ਆਤਮਿਕ ਮੌਤ ਨਹੀਂ ਆਵੇਗੀ, ਉਹ ਜੰਮਣ ਮਰਨ ਦੇ ਗੇੜ ਚੋਂ ਬਾਹਰ ਨਿਕਲ ਜਾਵੇਗਾ, ਜੀਵਨ ਮੁਕਤ ਹੋ ਜਾਵੇਗਾ ਤੇ ਉਹ ਖੁਆਰੀ ਨਹੀਂ ਉਹਨੂੰ ਮਿਲੇਗੀ। ਪਰ ਕਹਿੰਦੇ ਜਿਹੜਾ ਮਨੁੱਖ ਮਨ ਦੀ ਮੱਤ ਪਿੱਛੇ ਤੁਰਦਾ ਹੈ, ਗੁਰੂ ਦੇ ਹੁਕਮ ਤੋਂ ਅਣਗਹਿਲੀ ਕਰਦਾ ਹੈ, ਕਹਿੰਦੇ ਉਹ ਨਿਤ ਆਵਾਗਮਨ ਮਰ ਜੰਮਣ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਤੇ ਨਿਤ ਖੁਆਰ ਹੁੰਦਾ ਹੈ। ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਦੂਰ। ਕਹਿੰਦੇ ਕੁੰਗੂ ਦਾ ਅਰਥ ਹੈ ਕੇਸਰ। ਮਾਂਗ ਜਿਹੜੀ ਔਰਤ ਵਾਲਾਂ ਦੇ ਵਿੱਚ, ਜਿਹਨੂੰ ਆਪਾਂ ਮਾਂਗ ਕਹਿੰਦੇ, ਉਦਾਹਰਨ ਦਿੱਤੀ ਸਤਿਗੁਰ ਨੇ। ਉਸ ਸਮੇਂ ਔਰਤਾਂ ਆਪਣੇ ਮਸਤਕ ਦੇ ਵਿੱਚ ਸੰਧੂਰ ਲਾ ਕੇ ਇਹ ਸਾਬਤ ਕਰਦੀਆਂ ਸਨ ਕਿ ਅਸੀਂ ਸੁਹਾਗਣਾ ਨੇ। ਸਤਿਗੁਰੂ ਜੀ ਉਦਾਹਰਨ ਚੁੱਕ ਰਹੇ ਨੇ ਵੀ ਪਕੜ 'ਚ ਆ ਜਾਵੇ ਗੱਲ। ਕਹਿੰਦੇ ਜਿਵੇਂ ਕਿਸੇ ਇਸਤਰੀ ਨੇ ਆਪਣੇ ਪਤੀ ਨੂੰ ਪ੍ਰਸੰਨ ਕਰਨ ਦੇ ਲਈ ਆਪਣੇ ਸਰੀਰਕ ਸ਼ਿੰਗਾਰ ਵਾਸਤੇ ਚੰਦਨ ਮੁੱਲ ਮੰਗਵਾਇਆ, ਕੇਸਰ ਮੰਗਾਇਆ, ਚੰਦਲ ਮੋਲ ਅਣਾਇਆ ਕੁੰਗੂ ਮਾਂਗ ਸੰਦੂਰ, ਤੇ ਸਿਰ ਦੇ ਕੇਸਾਂ ਦੇ ਚੀਰ ਦੇ ਵਿੱਚ ਸੁੰਦਰ ਬਣਾਉਣ ਦੇ ਲਈ, ਦਿਖਾਉਣ ਲਈ ਕਿ ਮੈਂ ਸੁਹਾਗਣ ਆ, ਆਪਣੇ ਉਹ ਸੰਧੂਰ ਮੰਗਵਾਇਆ ਤੇ ਸੰਧੂਰ ਪਾਇਆ। ਚੋਆ ਚੰਦਨ ਬਹੁਕਣਾ ਪਾਨਾ ਨਾਲ ਕਪੂਰ। ਕਹਿੰਦੇ ਨਾਲ ਕੀ ਕੀਤਾ? ਉਹਨੇ ਇਤਰ ਲਾਇਆ, ਚੰਦਨ ਦੀ ਸੁਗੰਧੀ ਲਾਈ, ਹੋਰ ਬਹੁਤ ਕੁਝ ਮੰਗਾਇਆ, ਪਾਨ ਮੰਗਾਏ, ਕਪੂਰ ਮੰਗਾਇਆ, ਪਰ ਜੇ ਤਨ ਕੰਤ ਨਾ ਪਾਵਈ। ਹੁਣ ਕਿਆ ਕਮਾਲ ਦੀ ਗੱਲ ਹੈ। ਸਤਿਗੁਰੂ ਕੈਸੀ ਕਮਾਲ ਦੀ ਗੱਲ ਸਮਝਾ ਰਿਹਾ, ਜੇ ਕਿਤੇ ਪਕੜ ਕੇ ਆ ਜਾਵੇ ਨਾ। ਸਤਿਗੁਰੂ ਕਹਿੰਦੇ ਇੰਨਾ ਕੁਝ ਕਰ ਲਿਆ ਉਹਨੇ, ਪਰ ਜੇ ਪ੍ਰਮਾਤਮਾ ਨੂੰ ਪਤੀ ਆਪਣੇ ਨੂੰ ਹੀ ਚੰਗੀ ਨਹੀਂ ਲੱਗੀ, ਪਤੀ ਨੂੰ ਭਾਈ ਨਹੀਂ, ਸਭ ਅਡੰਬਰ ਕੂੜ, ਫਿਰ ਉਹਦੇ ਕੀਤੇ ਹੋਏ ਇਹ ਸਾਰੇ ਅਡੰਬਰ ਕੂੜ ਨੇ। ਹੁਣ ਇਹਨੂੰ ਗੱਲ ਨੂੰ ਤੁਸੀਂ ਪਕੜ ਲਿਓ, ਸਮਝ ਲਿਓ, ਕਿਉਂਕਿ ਸਮਾਂ ਪੰਧ ਮੁਕਾ ਰਿਹਾ ਹੈ। ਕਿਹੜੇ ਅੰਦਰ ਅਸੀਂ ਕਰ ਰਹੇ ਹਾਂ? ਲੋਕਾਚਾਰ ਵਾਸਤੇ ਕਰ ਰਹੇ ਹਾਂ, ਲੋਕਾਂ ਦੇ ਵਾਸਤੇ ਅਸੀਂ ਗੁਰੂ ਜੀ ਨੂੰ ਪਿੱਠ ਦੇ ਰਹੇ ਹਾਂ। ਅੱਜ ਗੁਰਦੁਆਰਿਆਂ ਵਿੱਚ ਮਨਮਤ ਹੋ ਰਹੀ ਹੈ, ਰੱਖੜੀਆਂ ਦੇ ਉੱਤੇ ਗੁਰਦੁਆਰਿਆਂ ਵਿੱਚ ਬਹਿ ਕੇ ਰੱਖੜੀਆਂ ਬੰਨੀਆਂ ਜਾ ਰਹੀਆਂ ਨੇ। ਸਾਰੇ ਕਰਮਕਾਂਡ, ਕਰਵਾ ਚੌਥ ਆਦਿਕ ਸਾਰੇ ਗੁਰਦੁਆਰਿਆਂ ਵਿੱਚ ਕੀਤੇ ਜਾ ਰਹੇ ਨੇ। ਸਭ ਮਨਮਤ ਦੇ ਤਿਉਹਾਰ ਸਾਰੇ ਮਨਾਏ ਜਾ ਰਹੇ ਨੇ। ਸੋ ਇਹ ਅਡੰਬਰ ਨੇ ਜਿਹੜੇ ਗੁਰੂ ਨੂੰ, ਪਰਮਾਤਮਾ ਨੂੰ ਚੰਗੇ ਨਹੀਂ ਲੱਗਦੇ। ਜੈਤ ਸੇ ਤਨ ਜੇ ਤਨ ਕੰਤ ਨਾ ਪਾਵੇ, ਸਭ ਅਡੰਬਰ ਕੂੜ। ਆਖਰੀਆਂ ਪੰਕਤੀਆਂ। ਸਭ ਰਸ ਭੋਗਨ ਬਾਦ ਹੈ, ਸਭ ਸ਼ਿੰਗਾਰ ਵਿਕਾਰ। ਕਹਿੰਦੇ ਅਜਿਹੇ ਮਨੁੱਖ ਸਾਰੇ ਸੁੰਦਰ ਪਦਾਰਥ ਵਰਤਣ, ਜਿਤਨੇ ਵੀ ਦੁਨੀਆ ਦੇ ਸੋਹਣੇ ਪਦਾਰਥਾਂ ਨੂੰ ਵਰਤੀ ਜਾਣ, ਭੋਗੀ ਜਾਣ, ਪਰ ਚੇਤਾ ਰੱਖਿਓ ਇਹ ਪਦਾਰਥਾਂ ਨੂੰ ਭੋਗ ਭੋਗ ਕੇ ਅੰਤ ਸਰੀਰ ਨੇ ਸੁਆਹ ਹੋ ਜਾਣਾ ਹੈ। ਸਭ ਰਸ ਭੋਗਣ ਬਾਦ ਹੈ, ਸਭ ਸ਼ਿੰਗਾਰ ਵਿਕਾਰ। ਇਹ ਸਾਰੀਆਂ ਸਰੀਰ ਦੀਆਂ ਸਜਾਵਟਾਂ, ਸਰੀਰ ਨੂੰ ਸੋਹਣਾ ਬਣਾਉਣਾ, ਵੀ ਮੇਰਾ ਸਰੀਰ ਖੂਬਸੂਰਤ ਲੱਗੇ, ਮੈਂ ਮਹਿੰਗੇ ਤੋਂ ਮਹਿੰਗੇ ਪਰਫਿਊਮ ਲਾਵਾਂ, ਸਭ ਕਹਿੰਦੇ ਚੇਤਾ ਰੱਖਿਓ ਇਹ ਬੇਕਾਰ ਨੇ ਜੇ ਇਸ ਸਰੀਰ ਦੇ ਨਾਲ ਕਿਸੇ ਦੀ ਮਦਦ ਨਹੀਂ ਕੀਤੀ, ਕੋਈ ਸੱਚ ਦਾ ਕਮਾਈ ਨਹੀਂ ਕੀਤੀ, ਕੋਈ ਪ੍ਰਮਾਤਮਾ ਦੇ ਘਰ ਵਿੱਚ ਆਪਣਾ ਕਦਮ ਨਹੀਂ ਪਾਇਆ, ਕੋਈ ਸੱਚ ਦੀ ਬਾਤ ਜੀਵਨ ਵਿੱਚ ਨਹੀਂ ਰੱਖੀ, ਕਿਸੇ ਦੇ ਕੰਮ ਨਹੀਂ ਆਇਆ ਤੂੰ। ਸਤਿਗੁਰੂ ਕਹਿੰਦੇ ਫਿਰ ਤੇਰਾ ਕਿਸੇ ਵੀ ਪਦਾਰਥਾਂ ਦਾ ਇਹ ਭੋਗਣਾ ਸਭ ਬੇਫਜ਼ੂਲ ਹੈ। ਜਬ ਲਗ ਸ਼ਬਦ ਨਾ ਭੇਦੀ ਹੈ, ਕਿਉਂ ਸੋ ਹੈ ਗੁਰਦੁਆਰ। ਹੁਣ ਬੜੀਆਂ ਆਖਰੀ ਬੰਦ ਹੈ, ਸਾਰੇ ਸ਼ਬਦ ਦਾ ਨਿਚੋੜ ਹੈ। ਸਤਿਗੁਰੂ ਜੀ ਸਮਝਾ ਰਹੇ, ਕਹਿੰਦੇ ਜਬ ਲਗ ਸ਼ਬਦ ਨਾ ਭੇਦੀ ਹੈ। ਗੁਰਮਤਿ ਦੀ ਇਹ ਗੱਲ ਸਮਝ ਆਵੇਗੀ ਨਾ, ਜਦੋਂ ਸ਼ਬਦ ਦੀ ਵਿਚਾਰ ਤੇ ਹੀ ਆ ਕੇ ਗੱਲ ਰੁਕੇਗੀ। ਕਿਤੇ ਨਹੀਂ ਗੁਰੂ ਸਾਹਿਬ ਨੇ ਲਿਖਿਆ ਕਿ ਇੰਨੇ ਪਾਠਾਂ ਦੇ ਪਾਠ ਕਰੀ ਜਾ, ਗਿਣਤੀਆਂ ਕਰੀ ਜਾ, ਆ 20-20 25-25 ਖੰਡ ਪਾਠ ਰਖਾਈ ਜਾਏ, ਕੋਤਰੀਆਂ ਕਰੀ ਜਾ। ਇਹ ਤੇ ਅੱਜ ਕੱਲ ਦੇ ਵਰਗੇ ਵਿਹਲੜ ਪਖੰਡੀਆਂ ਨੇ ਆਪਣਾ ਹਲਵਾ ਮੰਡਾ ਚਲਾਉਣ ਵਾਸਤੇ, ਕਿਉਂਕਿ ਵਿਹਲੇ ਨੇ। ਹੁਣ ਵਿਹਲੜਾਂ ਨੇ ਰੋਟੀ ਖਾਣੀ ਹੈ, ਵਿਹਲੜਾਂ ਨੇ ਚੰਗੇ ਬਦਾਮ ਖਾਣੇ ਆ, ਆਪਣੇ ਚੰਗੇ ਵਿਹਲੜਾਂ ਨੇ ਐਸ਼ੋ ਆਰਾਮ ਕਰਨੇ ਆ। ਡੇਰਿਆਂ ਤੇ ਕੀ ਚੱਲ ਰਿਹਾ? ਇਹੀ ਚੱਲ ਰਿਹਾ ਨਾ। ਵਿਹਲੜ ਬੈਠੇ ਨੇ। ਜਿਹੜੇ ਬੰਦੇ ਨੇ, ਕਿਸਾਨ ਨੇ ਮਿਹਨਤ ਕਰਨੀ ਹੈ, 6 ਮਹੀਨੇ ਉਹਨੇ ਫਸਲ ਨੂੰ ਵੇਖਣਾ ਹੈ, ਉਹਨੂੰ ਕਿੱਥੇ ਵਿਚਾਰੇ ਕੋਲ ਇੰਨਾ ਸਮਾਂ ਹੈ ਬਦਾਮਾਂ ਬਦੂਮਾਂ ਵੱਲ ਜਾਣ ਦਾ। ਪਰ ਆ ਵਿਹਲੜਾਂ ਨੂੰ ਆਪਣਾ ਹਲਵਾ ਮੰਡਾ ਚਲਾਉਣ ਵਾਸਤੇ ਲੋਕਾਂ ਨੂੰ ਇਮੋਸ਼ਨਲੀ ਤੌਰ ਤੇ ਬਲੈਕਮੇਲ ਕਰਨਾ ਹੈ, ਇਮੋਸ਼ਨਲੀ ਤੌਰ ਤੇ ਲੋਕਾਂ ਦੇ ਅੰਦਰ ਧਾਰਮਿਕ ਕਰਮਕਾਂਡ ਪਖੰਡ ਪਾਉਣੇ ਨੇ, ਤਾਂ ਕਿ ਸਾਡੀਆਂ ਮੱਸਿਆ ਪੂਰਨਮਾਸ਼ੀਆਂ ਚੱਲਦੀਆਂ ਰਹਿਣ, ਸ਼ਗਰਾਂਦਾਂ ਚੱਲਦੀਆਂ ਰਹਿਣ। ਇਹਦੇ ਵਾਲੇ ਪਾਸੇ ਉਹ ਤੁਰੇ ਨੇ।
ਪਰ ਜਿੱਦਣ ਗੁਰਮਤ ਦੀ ਫਿਲਾਸਫੀ ਸਮਝ ਆਉਂਦੀ ਹੈ, ਮੈਂ ਇੱਕ ਬੇਨਤੀ ਕਰ ਦਿੰਦਾ, ਜਿੱਦਣ ਗੁਰਮਤ ਦਾ ਗਿਆਨ ਜਾ ਕੇ ਮੱਥੇ ਮਸਤਕ ਦੇ ਵਿੱਚ ਘਰ ਕਰਦਾ ਹੈ, ਉਦਣ ਐਸੀ ਗਿਆਨ ਦੀ ਆਂਧੀ ਆਉਂਦੀ ਹੈ ਤੇ ਅਗਿਆਨਤਾ ਦੇ ਜਿਹੜੇ ਦਰਵਾਜ਼ੇ ਹੁੰਦੇ ਨੇ ਉਹ ਟੁੱਟ ਜਾਂਦੇ ਨੇ, ਖੈਬੜ ਹੋ ਜਾਂਦੀ ਹੈ, ਕਿਉਂਕਿ ਅੰਦਰ ਸੱਚ ਟਿਕਦਾ, ਝੂਠ ਨਹੀਂ ਰਹਿ ਸਕਦਾ। ਸਭ ਕਹਿੰਦੇ ਜਬ ਲਗ ਸ਼ਬਦ ਨਾ ਭੇਦੀ ਹੈ, ਕਿਉਂ ਸੋ ਹੈ ਗੁਰਦੁਆਰ। ਜਦ ਤੱਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਨਾਲ ਵਿਝਦਾ ਨਹੀਂ ਨਾ, ਸਭ ਕਹਿੰਦੇ ਤਦ ਤੱਕ ਗੁਰੂ ਦੇ ਦਰ ਤੇ ਉਹ ਸੋਭਾ ਨਹੀਂ ਮਿਲਦੀ। ਨਾਨਕ ਧਨ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ। ਸਤਿਗੁਰੂ ਕਹਿੰਦੇ ਸੱਚ ਜਾਣਿਓ, ਉਹੀ ਸੁਹਾਗਣੀ ਵੱਡੇ ਭਾਗਾਂ ਵਾਲੀ ਹੈ, ਉਹੀ ਸੁਹਾਗਣੀ ਗੁਰੂ ਦੇ ਘਰ ਦੇ ਵਿੱਚ, ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੈ, ਜਿਨੇ ਆਪਣੇ ਪਤੀ ਪ੍ਰਮਾਤਮਾ ਨੂੰ ਦਿਲੋਂ ਪਿਆਰ ਕੀਤਾ ਹੈ। ਜੋ ਬੇਸ਼ੱਕ ਬਾਹਰੋਂ ਸਾਦੀ ਹੈ, ਉਹਨੂੰ ਸਾਦੀ ਦਾ ਅਰਥ ਉਹਨੂੰ ਸ਼ਿੰਗਾਰ ਵਿੰਗਾਰ ਕਰਨ ਦੀ ਲੋੜ ਨਹੀਂ। ਬੇਸ਼ੱਕ ਬਾਹਰੋਂ ਸਾਦੀ ਹੈ, ਪਰ ਅੰਦਰ ਉਹਦੇ ਪ੍ਰਮਾਤਮਾ ਪ੍ਰਤੀ ਵਫਾਦਾਰੀ, ਆਪਣੇ ਅਕਾਲ ਪੁਰਖ ਪ੍ਰਤੀ ਵਫਾਦਾਰੀ ਕੁੱਟ ਕੇ ਭਰੀ ਹੈ। ਐਸੀਆਂ ਜੀਵ ਇਸਤਰੀਆਂ ਗੁਰੂ ਘਰ ਵਿੱਚ ਪ੍ਰਵਾਨ ਹੁੰਦੀਆਂ ਨੇ, ਪ੍ਰਮਾਤਮਾ ਦੇ ਘਰ 'ਚ ਪ੍ਰਵਾਨ ਹੁੰਦੀਆਂ ਨੇ। ਸੋ ਸਤਿਗੁਰੂ ਕਿਰਪਾ ਕਰਨ, ਅੱਜ ਦਾ ਪਾਵਨ ਸ਼ਬਦ ਸਾਡੀ ਪਕੜ 'ਚ ਆਵੇ। ਬੇਅੰਤ ਭੁੱਲਾਂ ਗਲਤੀਆਂ ਉਚਾਰਨ ਦੇ ਵਿੱਚ, ਵਿਚਾਰਨ ਦੇ ਵਿੱਚ ਹੋਈਆਂ ਹਨ, ਹੱਥ ਜੋੜ ਕੇ ਮਾਫੀ ਚਾਹੁੰਦਾ ਹਾਂ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਦੇ ਦਿਓ। ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਆਪਣਾ ਇਸ ਕਾਫਲੇ ਨੂੰ, ਆਪਣੇ ਪਰਿਵਾਰ ਨੂੰ ਵੱਧ ਤੋਂ ਵੱਧ ਵਧਾਈਏ, ਤਾਂ ਕਿ ਗੁਰਬਾਣੀ ਦੀ ਰੋਜ਼ ਵਿਚਾਰ ਨਾਲ ਜੁੜ ਸਕੀਏ ਜੀ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ।